ਮਹਿਲਾ ਪੰਜਵਾਂ। ਗੌੜੀ ਰਾਗ ਦਾ ਨਾਮ ਹੈ। ਆਪਾਂ ਗੌੜੀ ਸੁਖਮਣੀ ਇਕੱਠਾ ਹੀ ਕਹਿ ਦਿੰਦੇ ਹਾਂ। ਸੁਖਮਣੀ ਬਾਣੀ ਦਾ ਨਾਮ ਹੈ, ਜਿਹਨੂੰ ਆਪਾਂ ਸੁਖਮਣੀ ਸਾਹਿਬ ਆਖਦੇ ਹਾਂ। ਜਿਵੇਂ ਬਾਣੀ ਦਾ ਨਾਮ ਹੈ ਜਪ, ਆਪਾਂ ਜਪ ਜੀ ਸਾਹਿਬ ਆਖਦੇ ਹਾਂ। ਬਾਣੀ ਦਾ ਨਾਮ ਹੈ ਆਨੰਦ, ਆਪਾਂ ਆਨੰਦ ਸਾਹਿਬ ਆਖਦੇ ਹਾਂ। ਇਸੇ ਤਰ੍ਹਾਂ ਬਾਣੀ ਦਾ ਨਾਮ ਹੈ ਸੋਹਿਲਾ, ਆਪਾਂ ਸੋਹਿਲਾ ਸਾਹਿਬ ਆਖਦੇ ਹਾਂ। ਸਤਿਕਾਰ ਵਜੋਂ ਜੀ ਸਾਹਿਬ ਆਪਾਂ ਲਾਉਂਦੇ ਹਾਂ। ਇਸੇ ਤਰ੍ਹਾਂ ਸੁਖਮਣੀ ਬਾਣੀ ਦਾ ਨਾਮ ਹੈ। ਗੌੜੀ ਸੁਖਮਣੀ ਇਕੱਠਾ ਨਹੀਂ ਪੜ੍ਹਨਾ। ਗੌੜੀ ਇੱਕ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਰਾਗ, 31 ਰਾਗਾਂ 'ਚੋਂ ਬਹੁਤ ਵੱਡਾ ਰਾਗ ਹੈ ਗੌੜੀ, ਜਿਹਦੀਆਂ ਕਿੰਨੀਆਂ ਕਿਸਮਾਂ ਨੇ। ਗੌੜੀ ਦੀਪਕੀ, ਗੌੜੀ ਬੈਰਾਗਣ, ਕਿੰਨੇ ਰੂਪ ਦੇ ਅੰਦਰ ਇਹਦੀਆਂ ਕਿਸਮਾਂ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਗੌੜੀ ਸੁਖਮਣੀ, ਸੁਖਮਣੀ ਬਾਣੀ ਦਾ ਨਾਮ। ਸੰਸਾਰ ਦੇ ਅੰਦਰ ਮਣੀਆਂ ਦਾ ਜ਼ਿਕਰ ਆਉਂਦਾ ਹੈ। ਗੱਜ ਮਣੀ, ਪਾਰਸ ਮਣੀ, ਚਿੰਤਾ ਮਣੀ, ਪੱਥਰ ਮਣੀ, ਬੜੀਆਂ ਮਣੀਆਂ ਦਾ ਜ਼ਿਕਰ ਸ਼ਾਸਤਰਾਂ 'ਚ ਮਿਲਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਖਮਣੀ ਦਾ ਜ਼ਿਕਰ ਮਿਲਦਾ ਹੈ। ਪਾਰਸ ਮਣੀ ਕਿਸੇ ਨੂੰ ਕੰਚਨ ਬਣਾ ਦਿੰਦੀ ਹੈ। ਕਹਿੰਦੇ ਚਿੰਤਾ ਮਣੀ ਬੰਦੇ ਦੀ ਚਿੰਤਾ ਦੂਰ ਕਰ ਦਿੰਦੀ ਹੈ। ਸਰਪ ਮਣੀ ਬੰਦੇ ਕੋਲ ਹੋਵੇ, ਮਨੋ ਕਾਮਨਾ ਪੂਰਨ ਹੋ ਜਾਂਦੀ ਹੈ। ਗੱਜ ਮਣੀ ਬੰਦੇ ਕੋਲ ਹੋਵੇ, ਉੱਥੇ ਦੇਹ ਰੋਗਤਾ ਤੰਦਰੁਸਤੀ ਮਿਲਦੀ ਹੈ। ਪਰ ਜਿੱਥੇ ਸੁਖਮਣੀ ਹੋਏ, ਸਾਹਿਬ ਕਹਿੰਦੇ ਉੱਥੇ ਸਾਰੇ ਸੁੱਖ ਆਨੰਦ ਵਰਤ ਜਾਂਦੇ ਨੇ। ਸ਼ਾਸਤਰਾਂ 'ਚ ਠੀਕ ਹੈ ਮਣੀਆਂ ਦਾ ਜ਼ਿਕਰ ਹੋਏਗਾ। ਸਿੱਖ ਪਾਰਸ ਮਣੀ ਵੱਲ ਨਹੀਂ ਭੱਜਦਾ, ਗੱਜ ਮਣੀ ਵੱਲ ਨਹੀਂ ਭੱਜਦਾ, ਚਿੰਤਾ ਮਣੀ ਵੱਲ ਨਹੀਂ ਭੱਜਦਾ। ਸਿੱਖ ਸੁਖਮਣੀ ਵੱਲ ਜ਼ਰੂਰ ਭੱਜਦਾ ਹੈ। ਅਤੇ ਸੁਖਮਣੀ ਗੁਰਦੇਵ ਨੇ ਇਸ ਅੰਮ੍ਰਿਤ ਬਾਣੀ ਦਾ ਨਾਮ ਰੱਖਿਆ। ਅੱਗੇ ਹੈ ਮਹਿਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਇਸ ਬਾਣੀ ਦੇ ਕਰਤਾ ਨੇ। ਇਸ ਬਾਣੀ ਦੇ 24 ਸ਼ਲੋਕ ਨੇ, 24 ਅਸ਼ਟਪਦੀਆਂ ਨੇ। ਇੱਕ ਸ਼ਲੋਕ 2 ਪੰਕਤੀਆਂ ਦਾ ਹੈ। ਸ਼ਲੋਕ ਦੀ ਵਿਆਖਿਆ ਹੀ ਅੱਗੇ ਆਪਾਂ ਕਹਿ ਸਕਦੇ ਹਾਂ ਅਸ਼ਟਪਦੀ ਅੰਦਰ ਸਤਿਗੁਰ ਨੇ ਕੀਤੀ ਹੈ। ਸ਼ਲੋਕ ਹੁੰਦਾ ਹੈ ਬਹੁਤ ਥੋੜ੍ਹੇ ਸ਼ਬਦਾਂ 'ਚ ਕੋਈ ਬਹੁਤ ਵੱਡੀ ਗੱਲ ਸਮਝਾ ਦੇਣਾ। ਅਤੇ 2 ਪੰਕਤੀਆਂ ਸ਼ਲੋਕ ਦੀ ਵਿਆਖਿਆ ਅੱਗੇ ਸਾਹਿਬ ਨੇ 80 ਪੰਕਤੀਆਂ 'ਚ ਕੀਤੀ ਹੈ, ਕਿਉਂਕਿ ਇੱਕ ਅਸ਼ਟਪਦੀ ਵਿੱਚ 80 ਪੰਕਤੀਆਂ ਨੇ। ਅਤੇ ਅਸ਼ਟਪਦੀ ਸ਼ਲੋਕ ਦੀ ਹੀ ਵਿਆਖਿਆ ਕਰ ਰਹੀ ਹੈ ਸੁਖਮਣੀ ਸਾਹਿਬ ਜੀ ਦੇ ਅੰਦਰ। ਸੋ ਇਹ ਬਾਣੀ ਜੋ ਸ਼ਲੋਕ ਤੇ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਹੈ, ਜਿਹਦੀ ਗਿਣਤੀ ਆਪਾਂ 24 ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਇੱਕ ਰਹਾਉ ਦਾ ਬੰਦ ਹੈ। ਸੋ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਗੌੜੀ ਸੁਖਮਣੀ ਮਹਿਲਾ ਪੰਜਵਾਂ। ਇਸ ਤੋਂ ਅੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਵੇਂ ਆਪਾਂ ਸ਼ਲੋਕ ਪੜ੍ਹ ਕੇ ਫਿਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜ੍ਹਦੇ ਹਾਂ, ਪਰ ਪੁਰਾਤਨ ਜਿਹੜੇ ਸਤਿਗੁਰ ਦੇ ਸਰੂਪ ਹਸਤ ਲਿਖਤ, ਕਿਉਂਕਿ ਸ਼ਲੋਕ ਆਦਿ ਗੁਰੇ ਜੁਗਾਦ ਗੁਰੇ ਨਮੈ ਹੈ। ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਹੀਂ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਦਾ ਹਿੱਸਾ ਨਹੀਂ ਹੈ, ਇਹ ਮੰਗਲ ਹੈ। ਤੋ ਕਿਉਂਕਿ ਪ੍ਰਿੰਟ ਰੂਪ ਦੇ ਅੰਦਰ ਐਸਾ ਆ ਜਾਂਦਾ ਹੈ। ਖੈਰ ਇਹ ਪੰਥ ਦਾ ਮਸਲਾ ਹੈ, ਜਿੱਥੇ ਜ਼ਰੂਰ ਇਹਨਾਂ ਗੱਲਾਂ 'ਚ ਧਿਆਨ ਦੇਣਾ ਚਾਹੀਦਾ ਹੈ। ਸ਼ਲੋਕ ਬਾਅਦ 'ਚ ਆਉਂਦਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲੋਂ ਪੜ੍ਹਨਾ ਹੈ ਜਦੋਂ ਵੀ ਤੁਸੀਂ ਪਾਠ ਕਰੋਗੇ। ਇੱਕ ਓੰਕਾਰ ਵਾਹਿਗੁਰੂ ਇੱਕ ਹੈ, ਸਰਬ ਵਿਆਪਕ ਹੈ, ਇੱਕ ਰਸ ਲਗਾਤਾਰ ਮੌਜੂਦ ਹੈ। ਸਤ ਸਦੀਵੀ ਹੋਂਦ ਵਾਲਾ ਹੈ, ਜਿਹਦੀ ਹੋਂਦ ਹਮੇਸ਼ਾ ਹੈ। ਸਤ ਜੋ ਬਦਲਦਾ ਨਹੀਂ। ਕਿਸੇ ਦੂਜੇ ਦੇਸ਼ ਚਲੇ ਜੋ, ਟਾਈਮ ਬਦਲ ਜਾਂਦਾ ਹੈ, ਬੋਲੀ ਬਦਲ ਜਾਂਦੀ, ਕਰੰਸੀ ਬਦਲ ਜਾਂਦੀ ਹੈ, ਮੌਸਮ ਬਦਲ ਜਾਂਦਾ ਹੈ। ਵਾਹਿਗੁਰੂ ਕਾਲਪੁਰਖ ਕਿਸੇ ਸਮੇਂ ਸਥਾਨ ਕਰਕੇ ਬਦਲਦਾ ਨਹੀਂ ਹੈ, ਕਿਉਂਕਿ ਉਹ ਸਮੇਂ ਸਥਾਨ 'ਚ ਹੈ ਹੀ ਨਹੀਂ। ਉਹ ਸਤ ਹੈ, ਸਦੀਵੀ ਹੋਂਦ ਵਾਲਾ ਹੈ। ਗੁਰ ਪ੍ਰਸਾਦ ਐਸੇ ਮਾਲਕ ਦਾ ਗਿਆਨ, ਜਿਵੇਂ ਮਾਂ ਪਿਤਾ ਤੋਂ ਬਿਨਾਂ
ਸਰੀਰ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਗੁਰ ਪ੍ਰਸਾਦ ਦਾ ਹੋਣਾ ਜੀਵਨ 'ਚ ਬਹੁਤ ਜ਼ਰੂਰੀ ਹੈ। ਸਾਡੇ ਜੀਵਨ ਦਾ ਕੋਈ ਵੀ ਕਰਮ ਹੋਏ ਸੰਸਾਰ 'ਚੋਂ ਗੁਰੂ ਦੀ ਨਿਗਰਾਨੀ 'ਚ ਹੋਣਾ ਬੜਾ ਜ਼ਰੂਰੀ ਹੈ। ਜੇ ਆਪਾਂ ਉਹਦੇ 'ਚੋਂ ਫਲ ਪ੍ਰਾਪਤੀ ਚਾਹੁੰਦੇ ਹਾਂ, ਠੀਕ ਹੈ, ਆਪਣੀ ਮਰਜ਼ੀ ਕਰਦੇ ਰਹੀਏ ਜਿੰਨੀ ਮਰਜ਼ੀ, ਪਰ ਉਹਦੇ 'ਚੋਂ ਬਹੁਤੀ ਪ੍ਰਾਪਤੀ ਨਹੀਂ ਹੋਣੀ। ਗੁਰਮਤ ਵਿੱਚ ਆਪਾਂ ਕਹਿੰਦੇ ਹਾਂ, ਪੰਜਾਬੀ ਦੀ ਕਹਾਵਤ ਹੈ, ਜਿੰਨਾ ਕਰੋਗੇ ਓਨਾ ਪਾਓਗੇ, ਜਿੰਨਾ ਤੁਰੋਗੇ ਓਨਾ ਪਹੁੰਚੋਗੇ, ਪਰ ਗੁਰਮਤ 'ਚ ਟੁਕਦੀ ਨਹੀਂ ਹੈ। ਬਾਣੀ ਕਹਿੰਦੀ ਇਹ ਨਹੀਂ ਵੀ ਜਿੰਨਾ ਕਰੋਗੇ ਓਨਾ ਪਾਓਗੇ, ਨਹੀਂ, ਭਾਵੇਂ ਥੋੜ੍ਹਾ ਕਰ ਲਿਓ ਗੁਰੂ ਅਨੁਸਾਰੀ ਹੋਗੇ। ਕਰਨ ਤੋਂ ਪਹਿਲੋਂ ਗੁਰੂ ਨੂੰ ਪੁੱਛ ਲਿਆ ਜਾਏ, ਚੱਲਣ ਤੋਂ ਪਹਿਲੋਂ ਮੰਜ਼ਿਲ ਨਿਰਧਾਰਿਤ ਕਰ ਲੈਣੀ ਚਾਹੀਦੀ ਹੈ। ਸੋ ਇੱਥੇ ਕਰਨਾ ਹੀ ਕਾਫੀ ਨਹੀਂ ਹੈ, ਕੀ ਕਰਨਾ ਹੈ ਗੁਰੂ ਤੋਂ ਪੁੱਛਣਾ ਬੜਾ ਜ਼ਰੂਰੀ ਹੈ। ਤੁਰਨਾ ਹੀ ਕਾਫੀ ਨਹੀਂ ਹੈ, ਕਿੱਧਰ ਤੁਰਨਾ ਹੈ ਗੁਰੂ ਕੋਲੋਂ ਪੁੱਛਣਾ ਬੜਾ ਜ਼ਰੂਰੀ ਹੈ। ਤਾਂ ਕਰਕੇ ਸਿੱਖ ਦੇ ਜੀਵਨ 'ਚ ਪਹਿਰਾ ਹੈ ਗੁਰ ਪ੍ਰਸਾਦ ਦਾ। ਜੇ ਗੁਰ ਪ੍ਰਸਾਦ ਹੋਏਗਾ ਫਿਰ ਉੱਥੇ ਇੱਕ ਓਂਕਾਰ ਵੀ ਹੋਏਗਾ, ਉੱਥੇ ਸੱਤ ਵੀ ਹੋਏਗਾ, ਸਥਿਰਤਾ ਵੀ ਹੋਏਗੀ ਜੀਵਨ ਅੰਦਰ। ਸੋ ਸਾਹਿਬ ਜੀ ਨੇ ਇਹ ਮੰਗਲ ਉਚਾਰਨ ਕੀਤਾ ਹੈ। ਅੱਗੇ ਹੈ ਸਲੋਕ, ਇਸ ਮੰਗਲ ਤੋਂ ਬਾਅਦ ਸਲੋਕ ਆਉਂਦਾ ਹੈ। ਸੋ ਸਲੋਕ ਸਾਹਿਬ ਆਖਦੇ ਨੇ, ਆਦ ਗੁਰੇ ਨਮः। ਆਦ ਦਾ ਅਰਥ ਹੈ ਜਦੋਂ ਸਾਡੇ ਕੋਲ ਸਮਾਂ ਤਿੰਨ ਪ੍ਰਕਾਰ ਦਾ ਹੁੰਦਾ ਹੈ, ਬੀਤਿਆ, ਚੱਲ ਰਿਹਾ, ਆਉਣ ਵਾਲਾ। ਗੁਰਦੇਵ ਕਹਿੰਦੇ ਆਦ ਹੈ, ਜਿੱਥੇ ਆਦ ਜਦੋਂ ਸ਼ਬਦ ਆਏਗਾ ਉੱਥੇ ਨਾ ਬੀਤੇ ਦੀ ਗੱਲ ਚੱਲ ਰਹੀ ਹੈ, ਨਾ ਆਉਣ ਵਾਲੇ ਦੀ ਚੱਲ ਰਹੀ ਹੈ, ਨਾ ਹੁਣ ਦੀ ਚੱਲ ਰਹੀ। ਆਦ ਦਾ ਅਰਥ ਹੈ ਜਦੋਂ ਕੁਝ ਨਹੀਂ ਸੀ। ਆਦ ਦਾ ਅਰਥ ਹੈ ਸਭ ਦਾ ਮੁੱਢ। ਆਦ ਦਾ ਅਰਥ ਹੈ ਜਦੋਂ ਕੋਈ ਵਜੂਦ ਨਹੀਂ ਸੀ। ਸੂਰਜ, ਚੰਦਰਮਾ, ਧਰਤੀ, ਅਰਬਦ, ਨਰਬਦ, ਧੁੰਦੂ, ਕਾਰਾ, ਧਰਨਾ, ਗਗਨਾ, ਹੁਕਮ ਅਪਾਰਾ। ਨਾ ਦਿਨ ਰੈਣ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਇਹ ਆਦ ਦੀ ਅਵਸਥਾ ਹੈ। ਸੋ ਆਦ ਗੁਰੇ ਨਮः, ਜਿਹੜਾ ਗੁਰੂਆਂ ਦਾ ਗੁਰੂ ਮਾਲਕ ਵਾਹਿਗੁਰੂ ਅਕਾਲ ਪੁਰਖ। ਹਾਂ, ਗੁਰੂ ਨੂੰ ਵੀ ਨਮਸਕਾਰ ਹੈ। ਗੁਰੂਆਂ ਦਾ ਗੁਰੂ ਅਕਾਲ ਪੁਰਖ ਸਤਿਗੁਰ ਕਹਿੰਦੇ ਨਮਸਕਾਰ ਹੈ। ਵੇਖੋ, ਕੋਈ ਵੀ ਹੁਣ ਆਪਾਂ 52 ਅੱਖਰੀ ਬਾਣੀ ਪੜ੍ਹੀ ਸੀ, ਸਤਿਗੁਰ ਨੇ ਗੱਲ ਗੁਰੂ ਨੂੰ ਮੱਥਾ ਟੇਕਣ ਤੋਂ ਸ਼ੁਰੂ ਕੀਤੀ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਸੁਖਮਣੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਗੱਲ ਗੁਰੂ ਨੂੰ ਮੱਥਾ ਟੇਕਣ ਤੋਂ ਸ਼ੁਰੂ ਕਰਦੇ ਨੇ। ਤੇ ਸੰਪੂਰਨਤਾ ਕਿੱਥੇ ਹੈ? ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਮ। ਜੀਵਨ 'ਚ ਪੂਰਨਤਾ ਵਰਤਦੀ ਉਦੋਂ ਹੈ ਜਦੋਂ ਗੁਰੂ ਦੀ ਮੌਜੂਦਗੀ ਹੋਏਗੀ। ਧਰਮ ਦੀ ਕੋਈ ਵੀ ਗੱਲ ਹੈ, ਸ਼ੁਰੂਆਤ ਗੁਰੂ ਤੋਂ ਹੋਣੀ, ਉਹਦੀ ਸੰਪੂਰਨਤਾ ਅਕਾਲ ਪੁਰਖ ਤੇ ਹੋਣੀ ਹੈ। ਆਰੰਭਤਾ ਗੁਰੂ ਤੋਂ ਹੈ, ਸੰਪੂਰਨਤਾ ਭਾਈ ਲਹਿਣਾ ਜੀ ਦੀ ਆਰੰਭਤਾ ਗੁਰੂ ਨਾਨਕ ਤੋਂ ਹੀ ਹੈ, ਸੰਪੂਰਨਤਾ ਉਹ ਰੱਬ ਵਰਗੇ ਹੀ ਹੋ ਗਏ। ਅਕਾਲ ਪੁਰਖ ਵਿੱਚ ਹੀ ਅਭੇਦ ਹੋ ਗਏ। ਤੋ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਦ ਗੁਰੇ ਨਮः। ਸਭ ਜਿਹੜਾ ਮੁੱਢ ਹੈ, ਨਮਸਕਾਰ ਹੈ ਉਸ ਨੂੰ। ਜੁਗਾਦ ਗੁਰੇ ਨਮः, ਜੁਗ ਆਦਿਕ ਜਦੋਂ ਸ਼ੁਰੂ ਹੋਏ, ਜਿਹੜਾ ਉਦੋਂ ਵੀ ਸੀ। ਨਮਸਕਾਰ ਹੈ ਗੁਰੂਆਂ ਦੇ ਗੁਰੂ ਅਕਾਲ ਪੁਰਖ ਨੂੰ। ਸਤ ਗੁਰੇ ਨਮः, ਨਮਸਕਾਰ ਹੈ ਸਤਿਗੁਰ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਧੰਨ ਗੁਰੂ ਅੰਗਦ ਦੇਵ ਸਾਹਿਬ ਨੂੰ, ਧੰਨ ਗੁਰੂ ਅਰਜੁਨ ਦੇਵ ਸਾਹਿਬ। ਜਦੋਂ ਇਹ ਨਮਸਕਾਰ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਿਨ੍ਹਾਂ ਜਾਮਿਆਂ ਚੋਂ ਵਰਤੀ ਹੈ, ਉਹਨਾਂ ਨੂੰ ਹੀ ਨਮਸਕਾਰ ਕਰ ਰਹੇ ਨੇ। ਸ਼੍ਰੀ ਗੁਰਦੇਵੇ ਨਮः, ਨਮਸਕਾਰ ਹੈ ਸ਼੍ਰੀ ਗੁਰਦੇਵ ਗੁਰੂ ਰਾਮਦਾਸ ਸਾਹਿਬ ਨੂੰ, ਗੁਰੂ ਨਾਨਕ ਦੇਵ ਸਾਹਿਬ ਨੂੰ। ਤੋ ਮੇਰੇ ਸਾਹਿਬ ਸਤਿਗੁਰੂ, ਪਹਿਲਾ ਸ਼ਲੋਕ ਇਸ ਮੰਗਲ ਰੂਪ ਦੇ ਅੰਦਰ ਸਾਹਿਬ ਨੇ ਪਰਮਾਤਮਾ ਗੁਰੂ, ਉਸ ਦੇ ਅੱਗੇ ਅਦਬ ਸਹਿਤ ਝੁਕ ਜਾਣਾ, ਢਹਿ ਜਾਣਾ। ਸਤਿਗੁਰੂ ਉੱਥੋਂ ਆਰੰਭਤਾ ਕਰਦੇ ਨੇ। ਆਰੰਭਤਾ ਹੈ ਹੀ ਗੁਰੂ ਤੋਂ ਹੈ ਅਧਿਆਤਮਿਕ ਜੀਵਨ ਦੀ। ਸੰਸਾਰ ਦੀ ਆਰੰਭਤਾ ਮਾਂ ਪਿਓ ਤੋਂ ਹੁੰਦੀ ਹੈ। ਸ਼੍ਰੋਮਣੀ ਰਿਸ਼ਤਾ ਹੈ ਮਾਂ ਪਿਓ ਦਾ, ਜਿੱਥੋਂ ਸੰਸਾਰ ਸ਼ੁਰੂ ਹੋਇਆ, ਜਿੱਥੋਂ ਅੱਗੇ ਰਿਸ਼ਤੇ ਸ਼ੁਰੂ ਹੋਏ ਨੇ। ਸਭ ਤੋਂ ਸ਼੍ਰੋਮਣੀ ਰਿਸ਼ਤਾ ਹੈ ਗੁਰੂ ਦਾ, ਜਿੱਥੋਂ ਅਧਿਆਤਮਿਕ ਜੀਵਨ ਸ਼ੁਰੂ ਹੁੰਦਾ ਹੈ।
तो गुरुदेव ने नमस्कार कीती है। अगे है अष्टपदी। अष्ट शब्द संस्कृत का है, हिंदी संस्कृत का, जिन्हों आप कहने अठ। अष्टपदी अठ पदे ने अगे, जो अष्टपदी शब्द रूप विच भी आप वेखते हैं अष्टपदियाँ। ये शब्द दे अठ पदे हुंदे ने, उन्होंने अष्टपदी कहा जाता है। चौपदे, दुपदे, पंचपदे, ये बाणी शब्द मिलते हैं। सो अष्टपदी सतगुर आखदे ने सिमरों सिमर सिमर सुख पाव। नासकी उचारण करना है इहदा। सिमरों फस्ट परसन की गल सतगुर ने की है। साहब कहते मैं सिमरा, ये नहीं भी ऑर्डर करिए भी तुसीं सिमरो। हुण क्योंकि गुरु की बाणी अंदर जदों आपां उचारण करदे, बिंदी कोई ला नहीं सकता, पर उचारण दे विच जिवें आपां कहने लख खुशियां पातशाहियां जे सतगुर नदर करे। सुभाविक ही आपां नासकी उचारण करते हैं। जिवें आपां पढ़ते हैं भरीए मत पापां कै संग, उत्थे बिंदा है नहीं, पर उचारण रूप दे अंदर वो आउंदा है, आपां उसनूं उचारदे हां। इसे तरह बड़े शब्द ने गुरु की बाणी अंदर, जिथे नासकी रूप दे अंदर उचारण बड़ा अहम बड़ा जरूरी हो जाता है। तो इत्थे ऑर्डर नहीं आपां करना भी सिमरो, जां जिवें आपां पढ़दे हां सोला साहिब जी की बाणी दे अंदर जदों अंतला शब्द आपां आखदे हां करों बेनंती सुनो मेरे मीता, उत्थे भी आपां ऑर्डर नहीं करते भी तुसीं करो। उत्थे है मैं बेनती कर रहा। हे मेरे मीत मित्र सुन करों बेनंती सुनो मेरे मीता, संत टहल की बेला। नासकी उचारण है। इस तरह इत्थे भी आपां जे अपनी गल करांगे फिर सिमरों की गल आएगी। मैं सिमरां, सिमरों सिमर सिमर सुख पावूं। गुरुदेव कहते सिमरां मैं सिमर सिमर के सुख पावां, क्योंकि सुख आनंद वरतना ही उदों है। तो सिमरन एक अवस्था है, पर आरंभता करनी पैनी है किसी जप तो, किसी अभ्यास तो। बच्चा पहलों जमदा है, फिर लेटदा है, फिर बैठदा है, फिर रिड़दा है, फिर खलोंदा है, फिर तुरदा है, फिर भजदा। फिर वो भजन की अवस्था तक उन्होंने कुछ प्रक्रिया चों लंघना पैंदा। सिमरन एक अवस्था है जिथे उठद्या बहद्या मालिक भुलदा नहीं, पर उत्थों तक पहुँचण वास्ते सानू रसना का अभ्यास भी जरूरी है, बाणी पढ़ना सुनना भी जरूरी है। किते सफ़र ते जा रहे हो, रसना तो बाणी होए, चलो जे नहीं हो सकता सुन ले बंदा कोई किसी साधन दे नाल। ये अभ्यास ने सारे। जिथों तुरदे तुरदे अवस्था सिमरन तक पहुँचती, उदों सुख वरतना है। अजे तो साडी घालना चल रही, आपां कहांगे सुख नहीं वरत रहा, क्योंकि अजे साडा जप चल रहा है। जप समझ लो एक सफ़र है, सिमरन एक मंजिल है। जप एक साधना है, साडी साधना है। कथा कीर्तन साडी साधन है। हाँ, सफ़र करद्या करद्या एक दिन मंजिल मिल जाती है। इसे जप चों साधना चों तुरद्या तुरद्या एक दिन सिमरन मिल जाता है। साधना तुरदी तुरदी आराधना तक पहुँच जाती है। साधना समय स्थान नाल संबंधित है, आराधना समय स्थान नाल संबंधित नहीं। आराधना साडे चेते, साडे याद, साडे सब कॉन्शियस माइंड विच, जिवें धी पुत साडे कोल नहीं भावें होए, कित्थे भी होइए, कोई भी समा होए, आपां भुल थोड़ा जाने उन्होंने। आराधना ते साधना, साधना मुबारक है जिहड़ी आराधना तक चली गई, पर जिहड़ी आराधना साधना आराधना बनी नहीं, साधना साधना ही रह गई, चौंकड़ियाँ चौंकड़ियाँ रह गईयां, आराधना बनी नहीं। तां ही ते साहब ने कहा कर्म धर्म पाखंड जो दीसै तिन जम जागाती लूट है। इस वास्ते सतगुर ने बख्शिश की है, सिमरों मैं सिमरां, मैं आखां। हाँ, आखदे आखदे मेरी याद बन जाए, मेरे जीवन का हिस्सा बन जाए। सिमरों सिमर सिमर सुख पावों, मैं उहदे चों आत्मक सुख प्राप्त करां,
ਕਲ ਕਲੇਸ਼ ਤਨ ਮਾਹੇ ਮਿਟਾਵ। ਜਿਹੜੇ ਕਲ ਕਲੇਸ਼ ਨੇ, ਤਨ ਦਾ ਇੱਥੇ ਅਰਥ ਹੈ ਜੀਵਨ, ਤਨ ਮਾਹੇ ਮਿਟਾਵ, ਇਹਨਾਂ ਨੂੰ ਮੈਂ ਜੀਵਨ ਚੋਂ ਦੂਰ ਕਰਾਂ, ਮਿਟਾਵਾਂ, ਇਹਨਾਂ ਦੀ ਛਾਪ ਮਿਟ ਜਾਏ ਮੇਰੇ ਜੀਵਨ ਚੋਂ, ਰੱਬ ਦੀ, ਉਹਦੇ ਗੁਣਾਂ ਦੀ ਛਾਪ ਜੀਵਨ ਵਿੱਚ ਪੈਦਾ ਹੋ ਜਾਏ। ਸਿਮਰੋਂ ਜਾਸ ਵਿਸੰਬਰ ਏਕ ਹੈ, ਸਿਮਰੋਂ ਮੈਂ ਸਿਮਰਾਂ, ਜਾਸ ਜਿਸ ਦਾ, ਵਿਸਵੰਭਰ ਸਾਰਾ ਵਿਸ਼ਵ ਭਰ, ਜਿਹਦਾ ਸਾਰੇ ਵਿਸ਼ਵ ਦੇ ਵਿੱਚ ਭਰਿਆ ਹੋਇਆ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ। ਉਹ ਨਹੀਂ ਬਦਲਦਾ, ਬੋਲੀਆਂ ਬਦਲ ਗਈਆਂ, ਮੌਸਮ ਬਦਲ ਗਏ, ਕਰੰਸੀਆਂ ਬਦਲ ਗਈਆਂ, ਦੇਸ਼ ਬਦਲ ਗਏ, ਖਾਣੇ ਬਦਲ ਗਏ, ਪਰ ਉਹ ਮਾਲਕ ਵਾਹਿਗੁਰੂ ਅਕਾਲ ਪੁਰਖ ਇੱਕ ਰਸ ਵਿਆਪਤ, ਜਿਹਦੇ 'ਚ ਕੋਈ ਸਾਹਿਬ ਕਹਿੰਦੇ ਤਬਦੀਲੀ, ਜਿਹਦੇ 'ਚ ਕੋਈ ਬਦਲਾਅ ਨਹੀਂ ਹੈ। ਇੱਕ ਹੈ, ਇੱਕੋ ਮਾਲਕ ਵਾਹਿਗੁਰੂ। ਜਿਵੇਂ ਮਾਲਾ ਸੂਤਰ ਇੱਕ ਹੈ, ਭਗਤ ਜੀ ਕਹਿੰਦੇ ਨੇ ਉਹਦੇ ਮਣਕੇ ਬੜੇ ਨੇ। ਸੂਤ ਏਕ ਮਣ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਸੂਤਰ ਇੱਕ ਹੈ ਮਾਲਾ ਦਾ, ਪਰ ਉਹਦੇ ਮਣਕੇ ਕਈ ਨੇ। ਇਸੇ ਤਰ੍ਹਾਂ ਮਾਲਕ ਵਾਹਿਗੁਰੂ ਤੇਰੀ ਕਲਾ, ਹੁਕਮੀ ਸੱਤਾ ਇੱਕੋ ਹੀ ਹੈ। ਜਿਵੇਂ ਤੁਸੀਂ ਵੇਖੋ ਸਾਧਨ ਵੱਖੋ ਵੱਖ ਨੇ, ਹੀਟਰ ਵੱਖਰਾ ਹੈ, ਏਸੀ ਵੱਖਰਾ ਹੈ, ਬੱਲਬ ਵੱਖਰਾ ਹੈ, ਪੱਖਾ ਵੱਖਰਾ ਹੈ, ਪਰ ਬਿਜਲੀ ਤੇ ਸਭਨਾਂ 'ਚ ਇੱਕੋ ਹੀ ਹੁੰਦੀ ਹੈ। ਉਹ ਵੱਖੋ ਵੱਖ ਸਾਧਨ ਵੱਖੋ ਵੱਖ ਕੰਮ ਕਰਦੇ ਨੇ, ਪਰ ਬਿਜਲੀ ਦੀ ਸੱਤਾ ਤੇ ਇੱਕੋ ਜਿਹੀ ਹੈ, ਸਭਨਾਂ 'ਚ ਸਮਾਨ ਅੰਤਰ। ਮਾਲਕ ਵਾਹਿਗੁਰੂ ਦੀ ਸੱਤਾ ਇਸੇ ਤਰ੍ਹਾਂ ਇੱਕੋ ਜਿਹੀ ਹੈ। ਠੀਕ ਹੈ, ਬਾਹਰੀ ਰੂਪ ਰੰਗ ਆਕਾਰ ਵੱਖੋ ਵੱਖ ਨੇ, ਤੋ ਗੁਰਦੇਵ ਕਹਿੰਦੇ ਐਸੇ ਮਾਲਕ ਨੂੰ ਸਿਮਰੀਏ ਜਿਹੜਾ ਸਾਰਿਆਂ 'ਚ ਇੱਕ ਰਸ ਹੈ। ਉਹ ਨਹੀਂ ਜਿਹੜਾ ਸਾਡੇ ਕਾਰ ਦੇ ਡੈਸ਼ਬੋਰਡ 'ਤੇ ਨਹੀਂ ਪੂਰਾ ਆਉਂਦਾ, ਸੀ ਉਹਨੂੰ ਰੱਬ ਸਮਝ ਲੈਂਦੇ ਹਾਂ। ਜਿਹੜਾ ਮਾਲਕ ਸਭਨਾਂ 'ਚ ਪੂਰਿਆ ਹੋਇਆ, ਹਰੇਕ ਰੂਪ ਦੇ ਅੰਦਰ ਵਿਆਪਕ ਮਾਲਕ ਵਾਹਿਗੁਰੂ। ਤੇ ਸਾਹਿਬ ਆਖਦੇ ਨੇ ਨਾਮ ਜਪਤ ਅਗਣਤ ਇੱਕ ਹੈ। ਆਪਾਂ ਇਹਨੂੰ ਅਗਨਤ ਪੜ੍ਹਦੇ ਹਾਂ, ਮੈਂ ਬਹੁਤ ਵਾਰ ਵੇਖਿਆ ਸੁਖਮਨੀ ਸਾਹਿਬ ਸੁਸਾਇਟੀਆਂ ਅਗਨਤ ਅਗਣਤ ਹੀ ਪੜ੍ਹੀ ਜਾ ਰਹੇ। ਅਗਣਤ ਕੋਈ ਸ਼ਬਦ ਨਹੀਂ ਹੁੰਦਾ, ਗਿਣਤੀ ਦਾ ਸ਼ਬਦ ਹੈ ਗਣਤ, ਜਿਹਨੂੰ ਆਪਾਂ ਗਿਣਤ ਕਹਿੰਦੇ ਹਾਂ, ਜਾਂ ਗਣਤ, ਜਾਂ ਅਣਾਣੇ ਨਾਲ ਵੀ ਹੁੰਦਾ ਗਣਤ। ਗਣਤ ਦਾ ਅਰਥ ਹੈ ਗਿਣਨਾ, ਗਿਣਤੀ। ਇਹਦੇ ਅੱਗੇ ਐੜਾ ਲੱਗਿਆ, ਐੜੇ ਨੇ ਇਹਨੂੰ ਅਰਥ ਬਦਲੇ ਨੇ, ਭਾਵ ਗਿਣਤੀ ਤੋਂ ਰਹਿਤ। ਅਗਨਤ ਨਹੀਂ ਕਹਿਣਾ ਇਹਨੂੰ। ਇਸੇ ਤਰ੍ਹਾਂ ਇੱਕ ਸ਼ਬਦ ਆਪਾਂ ਵਰਤਦੇ ਹਾਂ ਅਚਰਜ। ਅਚਰਜ ਤੇ ਸ਼ਬਦ ਹੀ ਕੋਈ ਨਹੀਂ, ਸ਼ਬਦ ਹੈ ਅਚਰਜ। ਅਸੀਂ ਉਸ ਰੂਪ ਦੇ ਅੰਦਰ ਪੜ੍ਹਦੇ ਨਹੀਂ, ਪੜ੍ਹ ਸਕਦੇ ਹਾਂ ਪਰ ਪੜ੍ਹਨਾ ਚਾਹੁੰਦੇ ਨਹੀਂ, ਕੀ ਕਰੀਏ। ਅਚਰਜ ਕੋਈ ਸ਼ਬਦ ਨਹੀਂ ਹੈ, ਅਚਰਜ ਸ਼ਬਦ ਹੈ। ਜਦੋਂ ਬਾਣੀ ਚਾਹੇ ਨੂੰ ਅਚਰਜ ਹੀ ਪੜ੍ਹਿਆ ਕਰੋ, ਅਚਰਜ ਦੀ ਬਜਾਏ। ਅਗਨਤ ਦੀ ਬਜਾਏ ਅਗਣਤ, ਐੜਾ ਥੋੜ੍ਹਾ ਜਿਹਾ ਵੱਖਰਾ ਕਰਕੇ ਅਗਣਤ, ਭਾਵ ਗਿਣਤੀ ਤੋਂ ਰਹਿਤ। ਜਿਸ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਆਪਾਂ ਗਿਣ ਨਹੀਂ ਸਕਦੇ, ਨਾਮ ਜਪਤ ਅਗਣਤ ਅਨੇਕੈ, ਪਤਾ ਨਹੀਂ ਕਿੰਨੇ ਕੁ ਉਸ ਦੇ ਨਾਮ ਨੂੰ ਜਪ ਕੇ ਅਣਗਿਣਤੀ ਪਾਰ ਲੰਘ ਗਏ ਨੇ ਇਸ ਸੰਸਾਰ ਦੇ ਅੰਦਰ, ਜਿਹੜਾ ਸਭਨਾਂ 'ਚ ਮੌਜੂਦ ਹੈ, ਵਿਆਪਕ ਹੈ। ਕਿੰਨਿਆਂ ਨੇ ਜਪਿਆ, ਤੇ ਜਿੰਨੇ ਜਿੰਨੇ ਜਪਿਆ, ਕੋਈ ਜ਼ਰੂਰੀ ਥੋੜ੍ਹਾ ਵੀ ਇੱਕ ਫਿਰਕਾ ਹੀ ਜਪੇ। ਜਿੰਨੇ ਵੀ ਜਪਿਆ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਉਹ ਜੁੱਤੀਆਂ ਗੰਢਣ ਵਾਲਾ ਸੀ, ਭਾਵੇਂ ਕੱਪੜਾ ਬਣਾਉਣ ਵਾਲਾ ਸੀ, ਭਾਵੇਂ ਕੋਈ ਖੇਤੀ ਕਰਨ ਵਾਲਾ ਸੀ, ਭਗਤ ਧੰਨਾ ਜੀ, ਭਾਵੇਂ ਭਗਤ ਸੈਣ ਜੀ ਸੀ, ਕੋਈ ਵੀ ਸੀ। ਨਾਮ ਦਿਓ ਕਬੀਰ ਤਿਲੋਚਨ ਸਦਨਾ ਸੈਣ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਭਗਤ ਰਵਿਦਾਸ ਜੀ ਕਹਿੰਦੇ ਗੱਲ ਮੇਰੀ ਨਹੀਂ ਹੈ, ਜਿਹੜਾ ਵੀ ਉਹਨੂੰ ਜਪੇਗਾ ਉਹ ਤਰੇਗਾ ਜ਼ਰੂਰ, ਉਹਦਾ ਪਾਰ ਉਤਾਰਾ ਜ਼ਰੂਰ ਹੈ। ਵੇਦ ਪੁਰਾਣ ਸਿਮਰਤ ਸੁਧਾਖਰ। ਹੁਣ ਪੈਰ ਦੇ ਥੱਲੇ ਗੁਰੂ ਕੀ ਬਾਣੀ ਅੰਦਰ ਦੋ ਅੱਖਰ ਵਰਤੇ ਨੇ, ਇੱਕ ਹਾਹਾ ਜਿਹਨੂੰ ਆਪਾਂ ਹਲੰਤ ਕਹਿੰਦੇ ਹਾਂ, ਇੱਕ ਅੱਧਾ ਯਈਆ। ਪਛਾਣ ਬੜੀ ਸੌਖੀ ਹੈ। ਅੱਧਾ ਯਈਆ ਜਦੋਂ ਹੋਏਗਾ ਉਹਦੀ ਕੁੰਡੀ ਬਾਹਰ ਵਾਲੇ ਪਾਸੇ ਨੂੰ ਹੋਏਗੀ, ਜਦੋਂ ਹਲੰਤ ਹਾਹਾ ਹੋਏਗਾ ਉਹਦੀ ਕੁੰਡੀ ਅੰਦਰ ਵਾਲੇ ਪਾਸੇ, ਜਿਵੇਂ ਹਾਹਾ ਪੈਂਦਾ ਉਹਦਾ ਮੂੰਹ ਕੁੰਡੀ ਅੰਦਰ ਵਾਲੇ ਪਾਸੇ ਨੂੰ, ਜਿੱਥੋਂ ਪਤਾ ਲੱਗ ਜਾਂਦਾ ਵੀ ਇਹ ਯਈਆ ਹੈ ਕਿ ਹਾਹਾ ਹੈ। ਤੇ ਅੱਧੇ ਯਈਏ ਦਾ ਉਚਾਰਨ ਹੈ ਉਸ ਅੱਖਰ ਨੂੰ ਸਿਹਾਰੀ ਪਲੱਸ ਐੜਾ। ਜਿਵੇਂ
ਇੱਥੇ ਸ਼ਬਦ ਹੈ ਵੇਦ ਪੁਰਾਣ ਸਿਮਰਿਤ, ਇਹਨੂੰ ਸਿਮਰਤ ਨਹੀਂ ਕਹਿਣਾ। ਸਿਮਰਤ ਆਪਾਂ ਪੜ੍ਹਦੇ, ਸਿਮਰਤ ਦਾ ਅਰਥ ਹੁੰਦਾ ਹੈ ਸਿਮਰਨਾ। ਇਹ ਹੈ ਸਿਮਰਿਤ। 27 ਸਿਮਰਤੀਆਂ ਨੇ ਜੋ ਆਰੀਅਨ ਲੋਕਾਂ ਦੀਆਂ, ਸਨਾਤਨ ਮਤ ਵਾਲਿਆਂ ਦੀਆਂ। ਸੋ ਇਹਨੂੰ ਸਿਮਰਿਤ ਪੜ੍ਹਨਾ ਹੈ। ਸਿਮਰਿਤ ਸਿਮਰਤੀਆਂ, ਸਿਮਰਤ ਸਿਮਰਨਾ, ਬੜਾ ਫਰਕ ਹੈ ਦੋਨਾਂ ਦੇ ਉਚਾਰਨ ਵਿੱਚ। ਸੋ ਵੇਦ ਪੁਰਾਣ ਸਿਮਰਿਤ ਸੁਧਾਖਿਅਰ, ਖੱਖੇ ਨੂੰ ਸਿਹਾਰੀ ਪਲਸ ਐੜਾ ਪਿੱਛੇ ਰਾਰਾ, ਇਸ ਰੂਪ 'ਚ ਉਚਾਰਨ ਕਰਨਾ ਸੁਧਾਖਿਅਰ। ਇਹਦਾ ਅਰਥ ਹੈ ਸ਼ੁੱਧ ਅੱਖਰ। ਵੇਖੋ ਅੱਖਰ ਤੇ ਉਹੀ ਨੇ ਜਿਹੜੇ ਅਖਬਾਰ 'ਚ ਨੇ, ਅੱਖਰ ਉਹੀ ਬਾਣੀ 'ਚ ਨੇ, ਮਾਫ ਕਰਨਾ। ਊੜਾ ਐੜਾ ਤੇ ਉਹੀ ਹੋਏਗਾ ਨਾ, 35 ਅੱਖਰੀ ਤੇ ਉਹੀ ਹੈ। ਅੱਖਰ ਉਹੀ ਨੇ ਜਿਹੜੇ ਗੀਤਾਂ 'ਚ ਬੰਦਾ ਸੁਣ ਕੇ ਵਿਸ਼ੇ ਵਿਕਾਰਾਂ ਨਾਲ ਭਰ ਜਾਂਦਾ ਹੈ। ਅੱਖਰ ਉਹੀ ਨੇ ਜਿਹੜੇ ਬਾਣੀ 'ਚ ਨੇ, ਸੁਣ ਕੇ ਬੰਦਾ ਨਾਮ ਰਸ ਨਾਲ ਭਰ ਜਾਂਦਾ ਹੈ। ਅੱਖਰ ਉਹੀ ਨੇ। ਅੱਖਰ ਉਹੀ ਨੇ ਜਿਹੜੇ ਅਖਬਾਰ 'ਚ ਪਏ, ਅੱਜ ਆਪਾਂ ਰੱਦੀ 'ਚ ਸੁੱਟ ਦਿੱਤੀ ਹੈ ਕੱਲ੍ਹ ਦੀ ਅਖਬਾਰ। ਅੱਖਰ ਉਹੀ ਨੇ ਜਿਹੜੇ ਬਾਣੀ 'ਚ ਨੇ, ਪਰ ਆਪਾਂ ਉਹਨੂੰ ਸਤਿਕਾਰ ਮੱਥਾ ਟੇਕਦੇ ਹਾਂ। ਉਹ ਮੁਬਾਰਕ ਨੇ ਅੱਖਰ। ਗੱਲ ਅੱਖਰਾਂ ਦੀ ਨਹੀਂ, ਗੱਲ ਅੱਖਰਾਂ 'ਚੋਂ ਮਿਲ ਕੀ ਰਿਹਾ, ਅੱਖਰਾਂ 'ਚੋਂ ਪ੍ਰਗਟ ਕੀ ਹੋ ਰਿਹਾ, ਉਹ ਬਹੁਤ ਮਾਇਨੇ ਰੱਖਦਾ। ਸੋ ਅੱਖਰ ਰਸਾਲੇ ਵਾਲੇ ਵੀ ਨੇ, ਅੱਖਰ ਅਖਬਾਰ ਵਾਲੇ ਵੀ ਨੇ, ਮੈਨੂੰ ਕਹਿਣ ਦੇਣਾ ਅੱਖਰ ਬਾਣੀ ਵਾਲੇ ਵੀ ਨੇ, ਜਿਹੜੇ ਪੂਜੇ ਜਾਂਦੇ ਨੇ, ਕਿਉਂਕਿ ਇਹ ਸ਼ੁੱਧ ਅੱਖਰ ਨੇ। ਸੁਧਾਖਿਅਰ ਜਿਹੜਾ ਸ਼ੁੱਧ ਅੱਖਰ ਹੈ, ਰੱਬ ਦੀ ਵਡਿਆਈ ਵਾਲਾ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ। ਖੱਖੇ ਦੇ ਥੱਲੇ ਯਈਆ ਅੱਧਾ, ਖੱਖੇ ਨੂੰ ਸਿਹਾਰੀ ਪਲਸ ਐੜਾ ਅੱਗੇ ਰਾਰਾ, ਸੁਧਾਖਿਅਰ ਸ਼ੁੱਧ ਅੱਖਰ। ਮੇਰੇ ਗੁਰਦੇਵ ਕਹਿਣ ਲੱਗੇ ਜਿੰਨੇ ਵੀ ਵੇਦ ਸਿਮਰਤ ਪੁਰਾਣ ਨੇ, ਸਭ ਤੋਂ ਸੋਹਣਾ ਸੁੱਧ ਅੱਖਰ ਹੈ ਵਾਹਿਗੁਰੂ ਦੇ ਨਾਮ ਦਾ, ਉਹਦੀ ਮਹਿਮਾ ਦਾ, ਉਹਦੀ ਵਡਿਆਈ ਦਾ। ਜਿਹੜੇ ਅੱਖਰ 'ਚੋਂ ਪਵਿੱਤਰਤਾ ਮਿਲਦੀ ਹੈ, ਜਿਹੜੇ ਬਾਣੀ ਦੇ ਅੰਮ੍ਰਿਤ ਅੱਖਰਾਂ 'ਚੋਂ ਪਵਿੱਤਰਤਾ ਮਿਲਦੀ ਹੈ, ਤਾਂ ਕਰਕੇ ਸਤਿਕਾਰਯੋਗ ਨੇ, ਤਾਂ ਕਰਕੇ ਮੰਨਣ ਪੂਜਣ ਯੋਗ ਨੇ। ਤੇ ਉਸ ਸ਼ੁੱਧ ਅੱਖਰ ਨੂੰ ਕਿਨਕਾ ਏਕ ਜਿਸ ਜੀ ਵਸਾਵੈ, ਕਿਨਕਾ ਬਹੁਤ ਥੋੜਾ ਜਿਹਾ ਜਿਹਦੇ ਜੀਵ ਵਿੱਚ ਵਸ ਜਾਏ ਤੁਰਦਿਆਂ ਤੁਰਦਿਆਂ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹਦੀ ਮਹਿਮਾ, ਗਨੀ ਦਾ ਅਰਥ ਹੈ ਆਖੀ ਜਾਣੀ। ਸਾਹਿਬ ਆਖਦੇ ਉਹਦੀ ਮਹਿਮਾ ਆਖੀ ਨਹੀਂ ਜਾ ਸਕਦੀ। ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹਨੂੰ ਗਿਣ ਨਹੀਂ ਸਕਦੇ ਆਪਾਂ, ਕਿਆਸ ਨਹੀਂ ਲਾ ਸਕਦੇ। ਕਾਂਖੀ ਏਕ ਹੈ ਦਰਸ ਤੁਹਾਰੋ। ਵੇਖੋ ਕਾਂਖੀ ਦਾ ਅਰਥ ਹੈ ਆਕਾਂਖਸ਼ਾ, ਹਿੰਦੀ ਸੰਸਕ੍ਰਿਤ ਦਾ ਸ਼ਬਦ ਹੈ। ਆਕਾਂਖਸ਼ਾ ਦਾ ਅਰਥ ਹੁੰਦਾ ਇੱਛਾ, ਤਾਂਗ। ਮੇਰੇ ਅੰਦਰ ਇੱਕ ਆਕਾਂਖਸ਼ਾ ਹੈ। ਕਾਹਦੀ ਕਾਂਖੀ, ਕਾਹਦੀ ਆਕਾਂਖਸ਼ਾ ਹੈ? ਇੱਕ ਹੈ ਦਰਸ ਤੁਹਾਰੋ, ਬਸ ਤੇਰਾ ਹੀ ਦਰਸ ਹੋਏ। ਮੈਂ ਜੋ ਵੇਖਾਂ ਮੈਨੂੰ ਤੇਰਾ ਹੀ ਦੀਦਾਰ ਹੋ ਜਾਏ, ਜੋ ਵੀ ਵੇਖਾਂ ਉਹਦੇ 'ਚੋਂ ਮੈਨੂੰ ਤੇਰੀ ਯਾਦ ਆ ਜਾਏ। ਤੋ ਸਾਹਿਬ ਕਹਿੰਦੇ ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਇੱਥੋਂ ਪਤਾ ਲੱਗਦਾ ਹੈ ਵੀ ਫਸਟ ਪਰਸਨ ਹੈ। ਮੋਹੇ ਦਾ ਅਰਥ ਹੈ ਮੈਨੂੰ, ਤਾਂ ਕਰਕੇ ਇਹਦਾ ਉਚਾਰਨ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਨਾਸਕੀ ਉਚਾਰਨ ਅਸੀਂ ਕਰਾਂਗੇ, ਕਿਉਂਕਿ ਅੰਤਲੀ ਇਸ ਪੰਕਤੀ ਸਾਹਿਬ ਨੇ ਸਪਸ਼ਟ ਕੀਤਾ, ਨਾਨਕ ਉਨ ਸੰਗ, ਉਹ ਰੱਬ ਦੇ ਪਿਆਰੇ ਜਿਹੜੇ ਤੇਰੇ ਦਰਸ਼ਨਾਂ ਦੀ ਆਕਾਂਖਸ਼ਾ ਤਾਂਗ ਰੱਖਦੇ ਨੇ, ਉਹ ਜਗਿਆਸੂ ਜਨ ਸਾਧ ਜਨ, ਉਹਨਾਂ ਦਾ ਸੰਗ ਮੋਹੇ ਉਧਾਰੋ, ਜਿਹਦੇ 'ਚੋਂ ਮੇਰਾ ਉਧਾਰ ਹੋ ਜਾਏ। ਅੱਗੇ ਇਸ ਬਾਣੀ ਦਾ ਸੈਂਟਰਲ ਆਈਡੀਆ ਹੈ, ਰਹਾਉ ਦਾ ਬੰਦ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਵੇਖੋ ਮੁਬਾਰਕ ਹੈ ਧਰਮ ਦੇ ਗ੍ਰੰਥ, ਧਰਮ ਦਾ ਉਪਦੇਸ਼, ਪਰ ਉਹ ਸੱਚ ਜਾਣਿਓ ਉਹ ਮੁਬਾਰਕ ਹੈ ਜਦੋਂ ਹਿਰਦੇ ਦਾ ਸ਼ਿੰਗਾਰ ਬਣਦਾ। ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ 1604 ਅੰਦਰ 1 ਸਤੰਬਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬਾਅਦ ਵਿੱਚ ਕੀਤਾ ਸੀ। ਸਿੱਖਾਂ ਦੇ ਹਿਰਦਾਂ 'ਚ ਬਾਣੀ ਦਾ ਪ੍ਰਕਾਸ਼ ਪਹਿਲੋਂ ਕਰ ਦਿੱਤਾ। ਬਾਣੀ ਤਖਤ 'ਤੇ ਤਾਂ ਪ੍ਰਕਾਸ਼ ਕੀਤੀ ਸੀ ਵੀ ਸਾਡੇ ਹਿਰਦਿਆਂ ਦੇ ਤਖਤ 'ਤੇ ਬਾਣੀ ਦਾ ਪ੍ਰਕਾਸ਼ ਹੋ ਜਾਏ। ਅਤੇ ਮੈਂ ਕਹਿੰਦਾ ਸਾਡੇ ਵਾਸਤੇ ਵੀ ਗੁਰੂ ਦਾ ਪ੍ਰਕਾਸ਼ ਦਿਹਾੜਾ ਉਦੋਂ ਹੀ ਹੈ ਜਦੋਂ ਬਾਣੀ ਹਿਰਦੇ 'ਚ ਪ੍ਰਕਾਸ਼ ਹੋ ਗਈ।
ਅਜੇ ਤੇ ਉਹ ਇਤਿਹਾਸਕ ਦਿਹਾੜਾ ਹੈ ਸਾਡਾ, ਪ੍ਰਕਾਸ਼ ਦਿਹਾੜਾ, ਉਹ ਜੋਤ ਪ੍ਰਕਾਸ਼ ਹੋ ਗਈ ਜੀਵਨ ਦੇ ਅੰਦਰ। ਸੁਖਮਣੀ ਵਰਤ ਗਈ ਜਿਹਦੇ ਹਿਰਦੇ ਅੰਦਰ, ਮਾਲਕ ਦਾ ਨਾਮ ਵਰਤ ਗਏ। ਮੈਂ ਪਹਿਲਾਂ ਬੇਨਤੀ ਕੀਤੀ, ਚਿੰਤਾਮਣੀ, ਪਾਰਸਮਣੀ, ਗੱਜਮਣੀ, ਕਿੰਨੇ ਪ੍ਰਕਾਰ ਦੀਆਂ ਸਰਪਮਣੀ, ਪੱਥਰਮਣੀ, ਮਣੀਆਂ ਹੋਣਗੀਆਂ, ਪਰ ਸਾਹਿਬ ਨੇ ਸੁਖਮਣੀ ਦੀ ਦਾਤ ਬਖਸ਼ੀ ਹੈ, ਜਿਹਦੇ ਚੋਂ ਗੁਰਦੇਵ ਕਹਿੰਦੇ ਐਸੀ ਆਤਮਿਕ ਤ੍ਰਿਪਤੀ ਹੁੰਦੀ, ਉੱਥੇ ਹੋਰ ਕਿਸੇ ਦੀ ਆਕਾਂਖਸ਼ਾ, ਇੱਛਾ ਰਹਿ ਹੀ ਨਹੀਂ ਜਾਂਦੀ। ਸੁਖਮਣੀ, ਸੁਖ ਅੰਮ੍ਰਿਤ ਪ੍ਰਭ ਨਾਮ। ਆਪਾਂ ਅੰਮ੍ਰਿਤ ਪੜ੍ਹਦੇ ਹਾਂ ਬਹੁਤ ਵਾਰ, ਜ਼ਿਆਦਾਤਰ ਆਪਾਂ ਕਹਿੰਦੇ ਅੰਮ੍ਰਿਤ ਸਰੋਵਰ, ਆਪਾਂ ਕਹਿੰਦੇ ਅੰਮ੍ਰਿਤਸਰ। ਅੰਮ੍ਰਿਤ ਸ਼ਬਦ ਨਹੀਂ ਹੈ, ਅੰਮ੍ਰਿਤ। ਇਹ ਜਦੋਂ ਵੀ ਇਹਦਾ ਉਚਾਰਨ ਆਏਗਾ ਇਸੇ ਰੂਪ ਦੇ ਵਿੱਚ ਆਏਗਾ, ਅੰਮ੍ਰਿਤ। ਮ੍ਰਿਤ ਦਾ ਅਰਥ ਹੈ ਮ੍ਰਿਤਿਉ, ਇਹਦੇ ਅੱਗੇ ਐੜਾ ਲੱਗਿਆ, ਜਿਹਦਾ ਅਰਥ ਹੈ ਜਿੱਥੇ ਮੌਤ ਨਹੀਂ ਹੁੰਦੀ, ਅੰਮ੍ਰਿਤ। ਸੋ ਅੰਮ੍ਰਿਤ ਨਾਮ ਮਾਲਕ ਵਾਹਿਗੁਰੂ ਦਾ। ਕਿਸੇ ਨੇ ਠੀਕ ਹੈ ਧਰਮ ਦੇ ਕਰਮ ਬਾਹਰ ਕੀਤੇ, ਰੱਬ ਦੇ ਪਿਆਰੇ ਨੇ, ਮੈਂ ਬੇਨਤੀ ਕਰਾਂ ਨਾਮ ਬਾਣੀ ਦਾ ਵਾਸਾ ਹੈ ਹੀ। ਹੁਣ ਵੇਖੋ ਸੁਖਮਣੀ ਸਾਹਿਬ ਕਿਸੇ ਨੇ ਪੋਥੀ 'ਚ ਰੱਖੀ, ਕਿਸੇ ਨੇ ਕਿਤੇ ਰੱਖੀ, ਪਰ ਸੁਖਮਣੀ ਦਾ ਵਾਸਾ ਰੱਬ ਦੇ ਭਗਤਾਂ ਨੇ ਆਪਣੇ ਹਿਰਦੇ 'ਚ ਕਰ ਲਿਆ, ਹਿਰਦੇ ਅੰਦਰ ਵਸ ਗਈ ਰੱਬ ਦੇ ਪਿਆਰਿਆਂ ਦੇ ਅੰਦਰ। ਸੁਖਮਣੀ, ਸੁਖ ਅੰਮ੍ਰਿਤ ਪ੍ਰਭ ਨਾਮ, ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਸੁਖਮਣੀ ਹੈ। ਤੇ ਕਿੱਥੇ ਵਾਸਾ ਹੈ ਉਹਦਾ? ਭਗਤ ਜਨਾਂ ਕੈ ਮਨ ਵਿਸਰਾਮ। ਰੱਬ ਦੇ ਪਿਆਰੇ ਭਗਤ ਜਨਾਂ ਦੇ ਮਨ ਹਿਰਦੇ 'ਚ ਇਹਦਾ ਵਿਸ਼ਰਾਮ ਹੈ, ਇਹ ਰਹਾਉ ਦਾ ਬੰਦ ਹੈ। ਤੋ ਸਾਹਿਬ ਆਖਦੇ ਨੇ ਪ੍ਰਭ ਕੈ ਸਿਮਰਨ, ਇਹਨੂੰ ਕੇ ਨਹੀਂ ਪੜ੍ਹਨਾ, ਦੁਲਾਵਾਂ ਲੱਗੀਆਂ ਨੇ, ਧਿਆਨ ਜ਼ਰੂਰ ਰੱਖੀਏ। ਪ੍ਰਭ ਕੈ, ਵਾਹਿਗੁਰੂ ਦੇ, ਪ੍ਰਭ ਕੈ ਸਿਮਰਨ ਗਰਭ ਨ ਬਸੈ। ਸਭ ਤੋਂ ਪਹਿਲਾ ਬਚਨ ਸਾਹਿਬ ਨੇ ਕਿਹਾ, ਵਾਹਿਗੁਰੂ ਦਾ ਸਿਮਰਨ ਸਾਨੂੰ ਸਮੇਂ ਦੀ ਭਟਕਣਾ 'ਚੋਂ ਬਚਾਉਂਦਾ ਹੈ। ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਵਾਹਿਗੁਰੂ ਦੇ ਸਿਮਰਨ 'ਚੋਂ ਦੁੱਖ ਜਮ ਨਸੇ, ਉਹ ਪਰੇ ਹੋ ਗਏ ਜੀਵਨ 'ਚੋਂ। ਬੜੀ ਬੇਪਰਵਾਹੀ ਹੁੰਦੀ ਹੈ ਸਿਮਰਨ ਵਾਲੇ ਰੱਬ ਦੇ ਪਿਆਰੇ ਕੋਲ, ਉਹਦੇ ਅੰਦਰ ਆਤਮਿਕ ਖੇੜਾ ਬੜਾ ਹੁੰਦਾ ਹੈ, ਬੜੀ ਬੇਪਰਵਾਹੀ। ਕੋਈ ਨਹੀਂ ਵਾਹਿਗੁਰੂ ਠੀਕ ਹੈ, ਸਿਮਰਨ ਵਿੱਚ ਜੁੜ ਕੇ ਪਤਾ ਲੱਗ ਗਿਆ ਜੋ ਵਰਤਾ ਰਹੇ ਹਾਂ ਠੀਕ ਹੈ, ਉਹ ਹਰੇਕ ਹੋ ਰਹੇ ਨੂੰ ਕਬੂਲ ਕਰਦਾ ਹੈ ਜੀਵਨ ਦੇ ਅੰਦਰ। ਜੀਵਨ ਦੀ ਸੱਚਾਈ ਵੀ ਇਹ ਹੈ, ਸਮੇਂ ਨਾਲ ਆਪਾਂ ਸੱਚ ਨੂੰ ਕਬੂਲ ਕਰਦੇ ਰਿਹਾ ਕਰੀ, ਅਸੀਂ ਨਹੀਂ ਕਰਦੇ ਫਿਰ ਮੁਸ਼ਕਲ ਇਹ ਆਉਂਦੀ ਹੈ। ਫਿਰ ਆਪਾਂ ਕਹਿੰਦੇ ਕੋਈ ਗੱਲ ਨਹੀਂ, ਕਾਲੇ ਹੋ ਚਿੱਟੇ ਹੋ ਗਏ ਨੇ, ਬਾਜ਼ਾਰ 'ਚੋਂ ਮਿਲਦਾ ਪਾਊਡਰ ਕਾਲਾ ਖਾਲਾ, ਮੂੰਹ 'ਤੇ ਮਲਾਂਗੇ। ਸੱਚਾਈ ਕਿਉਂ ਨਹੀਂ ਕਬੂਲ ਕਰਦੇ? ਹਰੇਕ ਜ਼ਿੰਦਗੀ ਦੀ ਸੱਚਾਈ ਨੂੰ ਜਦੋਂ ਸਮੇਂ ਨਾਲ ਕਬੂਲ ਕਰਦੇ ਜਾਵਾਂਗੇ, ਸੱਚ ਜਾਣਿਓ ਬੇਪਰਵਾਹੀ ਰਹੇਗੀ। ਅਸੀਂ ਮਨ ਸਾਡਾ ਰੁਕ ਜਾਂਦਾ ਹੈ, ਤਨ ਸਾਡਾ ਭੱਜਣ ਲੱਗ ਪੈਂਦਾ, ਉੱਥੇ ਫਿਰ ਆਪਾਂ ਸੱਚਾਈ ਕਬੂਲਦੇ ਨਹੀਂ, ਘਬਰਾਉਂਦੇ ਹਾਂ, ਡਰਦੇ ਹਾਂ। ਤੋ ਮੇਰੇ ਸਾਹਿਬ ਕਹਿੰਦੇ ਸਿਮਰਨ ਦੀ ਅਵਸਥਾ ਉਹ ਹੈ ਜਿੱਥੇ ਕੋਈ ਡਰ ਨਹੀਂ, ਜਮ ਦੁੱਖ ਨਸੈ ਪਰੇ ਹੋ ਗਏ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਕਾਲ ਦਾ ਡਰ ਨਹੀਂ, ਪਰ ਹਰੈ ਦਾ ਅਰਥ ਹੈ ਪਰੇ ਕਰ ਦੇਣਾ। ਕਾਲ ਦਾ, ਸਮੇਂ ਦਾ ਸਹਿਮ ਡਰ ਬਹੁਤ ਦੂਰ ਚਲਾ ਗਿਆ ਗੁਰਮੁਖ ਪਿਆਰੇ ਦੇ ਜੀਵਨ 'ਚੋਂ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਦੁਸ਼ਮਣ ਟਰ ਗਏ, ਕੋਈ ਦੁਸ਼ਮਣ ਰਿਹਾ ਹੀ ਨਹੀਂ। ਪਹਿਲੋਂ ਲੱਗਦਾ ਸੀ ਵੀ ਦੁਸ਼ਮਣ ਹੈ ਦੁਨੀਆ, ਮੇਰੀ ਤਾਂ ਦੁਨੀਆ ਵੈਰੀ ਹੋ ਗਈ। ਮਾਲਕ ਦੇ ਸਿਮਰਨ ਯਾਦ 'ਚੋਂ ਪਤਾ ਲੱਗਾ ਨਹੀਂ, ਇੱਥੇ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈ, ਮੇਰਾ ਕੋਈ ਵੈਰੀ ਨਹੀਂ। ਇੱਥੇ ਨੂੰ ਸਮਝ ਆ ਗਈ, ਜੀਵਨ 'ਚੋਂ ਵੈਰ ਭਾਵ ਮਿਟ ਜਾਂਦਾ ਹੈ। ਜਿਹੜੇ ਅੰਦਰ ਦੇ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹ ਵੀ ਫਿਰ ਪ੍ਰਭਾਵ ਨਹੀਂ ਪਾ ਸਕਦੇ। ਪ੍ਰਭ ਸਿਮਰਨ ਕਛ ਵਿਘਨ ਨਾ ਲਾਗੈ, ਵਾਹਿਗੁਰੂ ਦੇ ਸਿਮਰਨ 'ਚੋਂ ਵਿਘਨ ਦਾ ਅਰਥ ਹੈ ਰੁਕਾਵਟ। ਉਹਨੂੰ ਕੋਈ ਵਿਘਨ, ਕੋਈ ਰੁਕਾਵਟ ਉਹਦੇ ਜੀਵਨ 'ਚ ਲੱਗੀ ਨਹੀਂ। ਉਹਨੂੰ ਆਤਮਿਕ ਮਾਰਗ 'ਤੇ ਤੁਰਦਿਆਂ ਨੂੰ ਕੋਈ ਠਾਕ ਪਾਉਣ ਵਾਲਾ ਨਹੀਂ ਸੀ, ਰੋਕਣ ਵਾਲਾ ਨਹੀਂ ਸੀ। ਭਾਵੇਂ ਠੀਕ ਹੈ ਜ਼ੋਰ ਲਾਇਆ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਵਰਜੈ ਲੋਗ ਅਜਾਨ, ਤਾਂ ਸਿਉ ਟੂਟੀ ਕਿਉਂ ਬਣੈ ਜਾ ਕੇ ਜੀ ਪ੍ਰਾਣ। ਉਹ ਕਿੱਥੇ ਰੁਕੇ ਨੇ ਰੱਬ ਦੇ ਪਿਆਰੇ। ਤੋ ਜੀਵਨ ਵਿੱਚ ਸਾਹਿਬ ਕਹਿੰਦੇ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ। ਉਹ ਹਮੇਸ਼ਾ ਦਿਨ ਰਾਤ ਜਾਗਦਾ ਹੈ, ਭਾਵ ਆਤਮਿਕ ਤੌਰ 'ਤੇ ਸੁਚੇਤ ਰਹਿੰਦਾ ਹੈ। ਉਹਦੇ ਜੀਵਨ 'ਤੇ
ਔਗਣਾਂ ਦਾ, ਵਿਕਾਰਾਂ ਦਾ, ਬੁਰਾਈਆਂ ਦਾ ਪ੍ਰਭਾਵ ਨਹੀਂ ਪੈਂਦਾ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਮਾਲਕ ਦੇ ਸਿਮਰਨ ਦੇ ਵਿੱਚ ਭਉ ਨਹੀਂ ਵਿਆਪਿਆ, ਡਰ ਨਹੀਂ ਲੱਗਾ ਉਹਨਾਂ ਨੂੰ। ਅਤੇ ਜੇ ਡਰ ਇੱਕ ਬੜੀ ਵੱਡੀ ਗੁਲਾਮੀ ਹੈ ਜੀਵਨ ਦੇ ਅੰਦਰ, ਜਿਹਦੇ ਕੋਲੋਂ ਡਰਦੇ ਹਾਂ ਉਹਦੇ ਆਪਾਂ ਗੁਲਾਮ ਹੋ ਜਾਂਦੇ ਹਾਂ। ਧਨ ਤੋਂ ਬੰਦਾ ਡਰਿਆ, ਧਨ ਦਾ ਗੁਲਾਮ ਹੋ ਗਿਆ। ਕਿਸੇ ਸਰੀਰ ਤੋਂ ਡਰਿਆ, ਸਰੀਰ ਦਾ ਗੁਲਾਮ ਹੋ ਗਿਆ। ਮਾਰਕੀਟ ਤੋਂ ਡਰਦਾ, ਫਿਰ ਸ਼ੇਅਰ ਮਾਰਕੀਟ ਅਪ ਡਾਊਨ ਹੁੰਦੀ ਹੈ, ਹਾਰਟ ਬੀਟ ਵੀ ਅਪ ਡਾਊਨ ਹੁੰਦੀ ਹੈ, ਗੁਲਾਮੀ ਆ ਗਈ। ਮੇਰੇ ਸਾਹਿਬ ਆਖਦੇ ਨੇ ਵਾਹਿਗੁਰੂ ਦੇ ਸਿਮਰਨ ਦੇ ਵਿੱਚੋਂ ਜੀਵਨ 'ਚ ਭਉ ਬਹੁਤ ਦੂਰ ਚਲੇ ਜਾਂਦੇ ਨੇ। ਦੀਵਾ ਬਲ ਗਿਆ, ਹਨੇਰਾ, ਹਨੇਰੇ ਨੂੰ ਭਜਾਉਣ ਵਾਸਤੇ ਡਾਂਗ ਦੀ ਲੋੜ ਨਹੀਂ। ਨਾ ਉਹਨੇ ਡਾਂਗ ਤੋਂ ਡਰਨਾ, ਨਾ ਉਹਨੇ ਬੰਦੂਕ ਤੋਂ ਡਰਨਾ, ਨਾ ਉਹਨੇ ਤਲਵਾਰ ਤੋਂ ਡਰਨਾ। ਬਸ ਦੀਵਾ ਬਲ ਜਾਏ, ਹਨੇਰਾ ਆਪਣੇ ਆਪ ਆ ਜਾਂਦਾ। ਅੰਦਰ ਦੇ ਡਰ ਭੈ ਬਾਹਰੀ ਜੁਗਤੀਆਂ ਨਾਲ ਨਹੀਂ ਦੂਰ ਹੋਣੇ। ਬਸ ਸਾਹਿਬ ਕਹਿੰਦੇ ਉਹਦੀ ਯਾਦ ਵਿੱਚ ਜੀਵਨ ਉਹਦੇ ਭਾਣੇ 'ਚ ਲੀਨ ਹੋ ਜਾਏ, ਚੀਜ਼ਾਂ ਆਪੇ ਭੱਜ ਜਾਣੀਆਂ। ਇਹ ਹੋਰ ਚੀਜ਼ਾਂ, ਇਹ ਜੋਤਸ਼ੀਆਂ ਕੋਲੋਂ ਨਹੀਂ ਡਰਦੇ। ਸਾਡੇ ਭੈ ਜਨਮ ਪੱਤਰੀਆਂ ਤੋਂ ਨਹੀਂ ਡਰਦੇ, ਪਰਵਾਹ ਹੀ ਨਹੀਂ ਕਰਦੇ, ਫਿਰ ਵਿਆਪ ਗਏ। ਤੋ ਜਿਹਦਾ ਜੀਵਨ ਨਾਮ ਰੱਬੀ ਯਾਦ ਨਾਲ ਜੁੜਿਆ, ਉੱਥੇ ਫਿਰ ਇਹ ਚੀਜ਼ਾਂ ਦੂਰ ਹੋਣ ਲੱਗਿਆਂ ਦੇਰ ਨਹੀਂ ਲਾਉਂਦੀਆਂ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਉਹਨੂੰ ਦੁੱਖ ਸੰਤਾਪਿਆ ਹੀ ਨਹੀਂ। ਐਸੀ ਡੂੰਘੀ ਅਵਸਥਾ ਆ ਗਈ, ਦੁੱਖ ਉੱਥੇ ਪਹੁੰਚ ਹੀ ਨਹੀਂ ਸਕਿਆ, ਮਹਿਸੂਸ ਹੀ ਨਹੀਂ ਕੀਤਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਵਾਹਿਗੁਰੂ ਕਾਲ ਪੁਰਖ ਦਾ ਸਿਮਰਨ ਵਰਤਦਾ ਹੈ ਸਾਧ ਦੇ ਸੰਗ ਵਿੱਚੋਂ। ਇਹ ਅਭਿਆਸ ਮੈਂ ਪਹਿਲਾਂ ਬੇਨਤੀ ਕੀਤੀ, ਇਹ ਸਾਡੀ ਸਾਧਨਾ ਹੈ ਨਾ ਜਿਹੜੀ, ਜਿਵੇਂ ਖਾਧਾ ਭੋਜਨ ਪਚ ਕੇ ਸਾਡਾ ਜੀਵਨ ਬਣ ਜਾਂਦਾ, ਸਾਡੀ ਰਗ ਰਗ ਦੇ ਵਿੱਚੋਂ ਖੂਨ ਬਣ ਕੇ ਭੱਜਦਾ। ਫਿਰ ਇਸੇ ਤਰ੍ਹਾਂ ਸੰਗਤ ਰਾਹੀਂ ਕੀਤੀ ਹੋਈ ਸਾਧਨਾ ਸਾਡੀ ਆਰਾਧਨਾ ਬਣ ਜਾਂਦੀ ਹੈ। ਉਹ ਆਰਾਧਨਾ ਪਹੁੰਚ ਗਈ। ਜਦੋਂ ਸੰਗਤ ਦੀ ਸਾਧਨਾ ਆਰਾਧਨਾ ਬਣ ਗਈ, ਉੱਥੇ ਸਮਾਂ ਕੋਈ ਵੀ ਹੋਇਆ, ਸਥਾਨ ਕੋਈ ਵੀ ਹੋਇਆ, ਉੱਠਦਿਆਂ ਬਹਿੰਦਿਆਂ ਸਤਸੰਗੀ ਜਨ ਰੱਬੀ ਯਾਦ ਵਿੱਚ ਜੁੜਿਆ ਰਹਿੰਦਾ ਸਦੀਵੀ ਤੌਰ 'ਤੇ। ਤਾਂ ਮੇਰੇ ਸਾਹਿਬ ਕਹਿਣ ਲੱਗੇ ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ। ਨਿਧਾਨ ਦਾ ਅਰਥ ਹੈ ਖਜ਼ਾਨੇ। ਵੈਸੇ ਖਜ਼ਾਨਿਆਂ ਦੀ ਗਿਣਤੀ 9 ਪ੍ਰਕਾਰ ਦੀ ਮੰਨੀ ਜਾਂਦੀ ਹੈ, ਸੋਨਾ, ਚਾਂਦੀ, ਮੂੰਗਾ, ਨੀਲਮ, ਹੀਰਾ, ਪੰਨਾ, ਇਸ ਰੂਪ ਦੇ ਅੰਦਰ। ਤੋ ਸਰਬ ਨਿਧਾਨ ਦਾ ਅਰਥ ਹੈ ਉਹ ਜੀਵਨ 'ਚ ਪੂਰਨ ਤੌਰ 'ਤੇ ਤ੍ਰਿਪਤੀ ਆ ਗਈ, ਉਹਨੂੰ ਹੋਰ ਕਿਸੇ ਨਿਧਾਨ ਦੀ ਇੱਛਾ ਹੀ ਨਹੀਂ ਰਹੀ। ਜਿਹਨੂੰ ਨਾਮ ਦਾ ਅੰਮ੍ਰਿਤ ਹੀਰਾ ਮਿਲ ਗਿਆ, ਉਹਦੇ 'ਚ ਸਾਰਾ ਕੁਝ ਹੀ ਆ ਜਾਂਦਾ ਹੈ। ਤੋ ਸਰਬ ਨਿਧਾਨ ਨਾਨਕ ਹਰ ਰੰਗ। ਰੰਗ ਦਾ ਅਰਥ ਹੈ ਪਿਆਰ। ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿੱਧ। ਵਾਹਿਗੁਰੂ ਦੇ ਸਿਮਰਨ ਵਿੱਚ ਰਿੱਧੀ ਦਾ ਸੰਬੰਧ ਹੁੰਦਾ ਹੈ ਸੰਸਾਰ ਦੇ ਨਾਲ। ਸੰਸਾਰ ਦਾ ਕੋਈ ਵੀ ਪਦਾਰਥ ਹੋ ਰਿੱਧੀ ਹੈ, ਧਨ ਦੌਲਤ। ਸਿੱਧੀ ਦਾ ਸੰਬੰਧ ਹੁੰਦਾ ਹੈ ਸਫਲਤਾ ਅੰਦਰ, ਜਿੱਥੇ ਆਨੰਦ, ਦਇਆ, ਸਤ, ਸੰਤੋਖ। ਇਹ ਰਿੱਧ ਸਿੱਧ ਬੜੀ ਵਾਰ ਸ਼ਬਦ ਆਉਂਦਾ। ਇਹਦੇ ਅਰਥ ਕਰਨੇ ਹੁਣ ਬੜੇ ਸੌਖੇ ਨੇ। ਰਿੱਧ ਦਾ ਅਰਥ ਹੈ ਬਾਹਰ ਦਾ ਸੰਸਾਰ, ਸਿੱਧ ਦਾ ਅਰਥ ਹੈ ਅੰਦਰ ਦੀ ਦੁਨੀਆ। ਰੱਬ ਦੇ ਪਿਆਰੇ ਕੋਲ ਤੋਟ ਕਿਸੇ ਦੀ ਨਹੀਂ ਆਈ, ਸੰਸਾਰਕ ਤੌਰ 'ਤੇ ਵੀ ਤੋਟ ਨਹੀਂ ਆਈ ਉਹਦੇ ਕੋਲ। ਉਹਦੇ ਕੋਲ ਰਿੱਧਾਂ ਬਣੀਆਂ ਰਹੀਆਂ। ਅੱਜ ਜਿਨ੍ਹਾਂ ਦੇ ਘਰ ਢਾਤੇ ਸੀ ਦੰਗਿਆਂ ਦੇ ਸਮੇਂ, ਕਤਲੇਆਮਾਂ ਦੇ ਸਮੇਂ, ਫਿਰ ਗੁਰੂ ਨੇ ਬਰਕਤਾਂ ਵਰਤਾ ਦਿੱਤੀਆਂ। ਕਿੱਥੋਂ? ਦਿੱਲੀ ਤੋਂ ਉੱਜੜ ਕੇ, ਕਾਨਪੁਰ ਤੋਂ ਉੱਜੜ ਕੇ। ਉਹ ਜਿੱਥੇ ਵੀ ਗੁਰੂ ਕਾ ਸਿੱਖ ਬੈਠਾ, ਬਾਣੀ ਦਾ ਆਸਰਾ ਰੱਖਿਆ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ ਦਾ ਜਾਪ ਕਰਨ ਵਾਲਾ ਸਿੱਖ ਅੱਜ ਫਿਰ ਉਹਨਾਂ ਨੂੰ ਲੰਗਰ ਹੀ ਛਕਾ ਰਿਹਾ, ਮੰਗ ਨਹੀਂ ਰਿਹਾ। ਅੱਜ ਫਿਰ ਉਹਨਾਂ ਸਿੱਖਾਂ ਦੀਆਂ ਫੈਕਟਰੀਆਂ 'ਚ ਆ ਕੇ ਉਹ ਮਜ਼ਦੂਰ ਲੱਗੇ ਹੋਣਗੇ। ਇਹ ਨਹੀਂ ਵੀ ਗੁਰੂ ਕਾ ਸਿੱਖ ਨਾਮ ਜਪੇ ਤੇ ਸੰਸਾਰਕ ਤੌਰ 'ਤੇ ਝੋਲੀ ਖਾਲੀ ਹੋਏ। ਇਹ ਵੀ ਨਹੀਂ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਵਾਹਿਗੁਰੂ ਠੀਕ ਹੈ, ਸਾਡਾ ਸ਼੍ਰੋਮਣੀ ਮਾਲਕ ਤੂੰ ਹੈ, ਪਰ ਉਹ ਜ਼ਿਕਰ ਕੀਤਾ ਆਵਤ ਪਈਆ ਖੁਦੈ ਜਾਹੈ, ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਭਗਤ ਕਬੀਰ ਜੀ ਕਹਿੰਦੇ ਵਾਹਿਗੁਰੂ ਮਾਇਆ ਧਨ ਰਿੱਧੀਆਂ ਇੱਕ ਸੁਹਾਗਣ ਵਰਗੀਆਂ ਨੇ, ਇਹ ਵੀ ਘਰ 'ਚ ਚਾਹੀਦੀਆਂ ਨੇ। ਤੇ 4 ਪ੍ਰਾਹੁਣੇ ਆ ਗਏ, ਬੰਦੇ ਦੇ ਘਰ ਕੁਝ ਨਾ ਹੋਏ ਤੇ ਦੱਸੋ
ਉਹਨੂੰ ਦੋਖ ਲੱਗਦਾ ਹੈ ਨਾ, ਉਹਨੂੰ ਉਲਾਂਭੇ ਸਹਾਰਨੇ ਪੈਂਦੇ ਨੇ। ਤੋ ਰੱਬ ਦੇ ਭਗਤਾਂ ਨੇ ਕਿਹਾ, ਵਾਹਿਗੁਰੂ ਇਹ ਵੀ ਦਾਤ ਹੈ ਤੇਰੀ, ਬਸ ਇਹ ਹੈ ਵੀ ਇਹ ਹੋਏ ਇਹਦੇ ਚੋਂ ਤੂੰ ਨਾ ਕਦੇ ਵਿਸਰੇ ਸਨ। ਤੋ ਰਿੱਧ ਸੰਸਾਰ ਦਾ ਜੋ ਕੁਝ ਵੀ ਪਦਾਰਥ, ਧਨ ਦੌਲਤ ਹੈ, ਸਿੱਧ ਅੰਦਰ ਦੀ ਸਿੱਧੀ, ਮੈਂ ਸੌਖੇ ਅਰਥ ਤੁਹਾਡੇ ਸਾਹਮਣੇ ਰੱਖੇ ਨੇ। ਸ਼ਬਦ ਆਪਾਂ ਬਹੁਤ ਵਾਰ ਪੜ੍ਹਦੇ ਹਾਂ ਬਸ ਭਾਈ ਸਾਹਿਬ ਜੀ ਮੈਂ ਤੇ 45 ਮਿੰਟ 'ਚ ਸੁਖਮਨੀ ਸਾਹਿਬ ਕਰ ਦਿੰਦਾ। ਉਹ ਬੇਨਤੀ 1.5 ਘੰਟਾ ਲਾ ਲਿਆ ਕਰੋ। 12 ਅਸ਼ਟਪਦੀਆਂ ਅੱਜ ਪੜ੍ਹ ਲਈਆਂ, 12 ਕੱਲ੍ਹ ਪੜ੍ਹ ਲਈਆਂ, ਕੁਝ ਪੱਲੇ ਤੇ ਪਏ, ਕੁਝ ਸਮਝ ਤੇ ਆਏ ਸਤਿਗੁਰੂ ਦੀ। ਇਹ ਨਾ ਹੋਏ ਪਤਾ ਹੀ ਨਾ ਲੱਗਾ। ਉਹ ਕਿਸੇ ਪਾਗਲਖਾਨੇ ਦੇ ਵਿੱਚ ਕੋਈ ਪਾਗਲ ਨੇ ਐਲਾਨ ਕਰਤਾ ਵੀ ਮੈਂ ਸਿਆਣਾ ਹੋ ਗਿਆ। ਡਾਕਟਰ ਆਇਆ, ਕਹਿੰਦਾ ਸਿਆਣਪ ਦਾ ਸਬੂਤ ਤੇ ਦੇ ਕੋਈ। ਉਹ ਕਹਿੰਦਾ ਵੇਖੋ ਮੈਂ ਕਿਤਾਬ ਲਿਖੀ ਹੈ ਬਹੁਤ ਮੋਟੀ ਇਤਿਹਾਸ ਦਾ, ਮੈਂ ਪੂਰਾ ਚੈਪਟਰ ਬੰਦ ਕੀਤਾ ਇਸ ਬੁੱਕ ਦੇ ਅੰਦਰ। ਤੇ ਡਾਕਟਰ ਕਹਿਣ ਲੱਗਾ ਚਲੋ ਧਿਆਨ ਮਾਰ ਲੈਂਦੇ ਹਾਂ। ਉਹਨੇ ਪਹਿਲਾ ਪੰਨਾ ਵੇਖਿਆ ਵੀ ਮਹਾਰਾਣਾ ਪ੍ਰਤਾਪ ਘੋੜੇ ਤੇ ਚੜ੍ਹ ਕੇ ਪਾਣੀਪਤ ਤੋਂ ਦਿੱਲੀ ਨੂੰ ਤੁਰੇ। ਉਹਨੇ ਸੋਚਿਆ ਵੀ ਬੜਾ ਕੁਝ ਲਿਖਿਆ ਹੋਣਾ, ਅਖੀਰ ਤੇ ਪੜ੍ਹ ਲੈਂਦੇ ਹਾਂ। ਉਹਨੇ ਅਖੀਰ ਤੇ ਲਿਖਿਆ ਸੀ ਮਹਾਰਾਣਾ ਪ੍ਰਤਾਪ ਦਿੱਲੀ ਪਹੁੰਚੇ। ਤੋ ਡਾਕਟਰ ਹੈਰਾਨ ਹੋਇਆ ਵੀ ਇਹ ਕੀ ਹੈ, ਵਿੱਚ ਕੀ ਲਿਖਿਆ। ਵਿੱਚ ਉਹਨੇ ਘੋੜੇ ਦੇ ਆਵਾਜ਼ ਸੀ ਤੁਗੜ ਤੁਗੜ ਤੁਗੜ, ਬਸ ਉਹ ਸਬੂਤ ਦੇ ਰਿਹਾ ਸੀ ਮੈਂ ਸਿਆਣਾ ਹੋ ਗਿਆ। ਇੱਦਾਂ ਮਾਫ਼ ਕਰਨਾ ਅਸੀਂ ਨਾ ਕਰੀਏ ਧਰਮ ਨਾਲ, ਨਾਮ ਨਾਲ, ਬਾਣੀ ਨਾਲ। ਮੇਰੇ ਗੁਰਦੇਵ ਕਹਿੰਦੇ ਸਿੱਖੋ ਪੜ੍ਹਿਓ ਜਥਾ ਤੁਮ ਘਰ ਕੇ ਕਾਜ ਸੁਧਾਰੋ, ਤਿਆਗੇ ਨਾਹੀ ਲਾਗੇ ਪਿਆਰੋ, ਤਥਾ ਪ੍ਰੀਤ ਧਰੋ ਗੁਰਬਾਣੀ, ਪੜ੍ਹਨ ਸੁਣਨ ਹਿਤ ਰੁਚ ਠਾਨੀ। ਸਹਿਜ ਸਹਿਜ ਪੜ੍ਹੀਏ, ਸਮਝ ਸਮਝ ਕੇ ਪੜ੍ਹੀਏ, ਰਸ ਲੈ ਲੈ ਕੇ ਪੜ੍ਹੀਏ। ਗੁਰੂ ਕੋਈ ਗਿਣਤੀਆਂ ਮਿਣਤੀਆਂ ਨਹੀਂ ਵੇਖਦਾ। ਜ਼ਰੂਰੀ ਨਹੀਂ ਹੈ 45 ਮਿੰਟ 'ਚ ਹੀ, ਠੀਕ ਹੈ ਜੇ ਸਾਡੇ ਕੋਲ 45 ਮਿੰਟ ਹੈ ਤੇ ਉਹਨਾਂ ਸਮਾਂ 6 ਅਸ਼ਟਪਦੀਆਂ ਪੜ੍ਹੀਆਂ, 12 ਪੜ੍ਹੀਆਂ, ਚਲੋ ਜੋ ਵੀ ਬਾਣੀ ਦਾ ਸਹਿਜ ਪਾਠ 1 ਅੰਗ 2 ਅੰਗ ਜਿੰਨਾ ਵੀ ਹੋਵੇ। ਉੱਥੇ ਇਹ ਸਮੇਂ ਦੀ ਗੱਲ ਨਹੀਂ ਆਉਂਦੀ, ਉੱਥੇ ਤੇ ਪਿਆਰ ਦੀ ਗੱਲ ਹੈ, ਸਮਰਪਣ ਦੀ ਗੱਲ ਹੈ। ਸੋ ਇਹ ਨਾ ਹੋਏ ਵੀ ਪੜ੍ਹ ਜਾਈਏ, ਰਿੱਧ ਸਿੱਧ ਪੜ੍ਹ ਲਿਆ ਜੀ, ਆਹ ਪੜ੍ਹ ਲਿਆ, ਪਰ ਪਤਾ ਲੱਗਾ ਹੀ ਨਹੀਂ। ਪੜ੍ਹਦੇ ਗਏ ਹਾਂ ਜੀ। 3 ਤਾਪ ਨੇ, ਤਿੰਨੇ ਤਾਪ ਨਿਵਾਰਨ ਹਾਰਾ। ਕਿਹੜੇ ਤਾਪ ਨੇ ਨਹੀਂ ਪਤਾ। ਸੋ ਜਦੋਂ ਸਾਨੂੰ ਉਹਦੀ ਸਮਝ ਆਏਗੀ, ਉਹਦਾ ਰਸ ਜੀਵਨ 'ਚ ਵੱਧ ਵਰਤਦਾ, ਆਨੰਦ ਜ਼ਿਆਦਾ ਵਰਤਦਾ। ਸੋ ਸਾਡਾ ਵੀ ਹਾਲ ਕਦੇ ਉਸ ਪਾਗਲ ਵਰਗਾ ਨਾ ਹੋਏ ਵੀ ਘੋੜੇ ਦੀਆਂ ਟਾਪਾਂ ਦੀ ਆਵਾਜ਼ ਹੀ ਹੋਏ, ਬਸ ਸਮਝ ਨਹੀਂ। ਤੋ ਮੇਰੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨੇ ਦੋਥੇ ਰਿੱਧੀਆਂ, ਆਤਮਕ ਸਿੱਧੀਆਂ 9 ਖਜ਼ਾਨੇ ਆ ਗਏ, ਜਿੱਥੇ ਸਿਮਰਨ ਵਾਲੇ ਨੂੰ ਕਾਹਦਾ ਘੱਟ। ਰੱਜਿਆ ਹੈ ਪੂਰਨ ਤੌਰ 'ਤੇ, ਤ੍ਰਿਪਤੀ ਹੈ ਉਹਦੀ। ਕਿਸੇ ਬਾਦਸ਼ਾਹ ਨੇ ਸਾਰੇ ਮੰਗਤੇ ਇਕੱਠੇ ਕਰ ਲਏ, ਫਕੀਰ ਇਕੱਠੇ ਕਰ ਲਏ। ਅੱਜ ਬਾਦਸ਼ਾਹ ਸਭਨਾਂ ਨੂੰ ਧਨ ਰੋਟੀ ਦੇ ਕੇ ਕਹਿਣ ਲੱਗਾ ਵੀ ਇੱਕ ਗੱਲ ਦੱਸ ਕੇ ਜ਼ਰੂਰ ਜਾਇਓ, ਮੈਨੂੰ ਇਹ ਦੱਸ ਕੇ ਜਾਇਓ ਵੀ ਕੀ ਤੁਹਾਨੂੰ ਮੇਰੀ ਯਾਦ ਆਉਂਦੀ ਹੈ ਸਭਨਾਂ ਨੂੰ। ਸਾਰਿਆਂ ਨੇ ਹੱਥ ਖੜੇ ਕੀਤੇ, ਮੇਰੇ ਵਰਗਿਆਂ ਨੇ। ਹਾਂ ਬਾਦਸ਼ਾਹ ਜ਼ਰੂਰ ਆਉਂਦੀ ਹੈ। ਇੱਕ ਰੱਬ ਦੇ ਬੇਪਰਵਾਹ ਗੁਰਮੁਖ ਰੱਬ ਦੇ ਫਕੀਰ ਨੇ ਹੱਥ ਨਹੀਂ ਖੜਾ ਕੀਤਾ। ਬਾਦਸ਼ਾਹ ਕਹਿੰਦਾ ਤੈਨੂੰ ਮੇਰੀ ਯਾਦ ਨਹੀਂ ਆਉਂਦੀ। ਕਹਿਣ ਲੱਗਾ ਮੇਰੇ ਜੀਵਨ 'ਚ ਬਦਕਿਸਮਤੀ ਅਜੇ ਆਈ ਨਹੀਂ, ਮੈਂ ਰੱਬ ਭੁੱਲਿਆ ਹੀ ਨਹੀਂ। ਰੱਬ ਭੁੱਲੂੰਗਾ ਤਾਂ ਹੀ ਤੈਨੂੰ ਯਾਦ ਕਰੂੰਗਾ। ਮੈਨੂੰ ਰੱਬ ਨਹੀਂ ਵਿਸਰਿਆ, ਤਾਂ ਕਰਕੇ ਤੇਰੀ ਯਾਦ ਨਹੀਂ ਆਈ। ਜਿੱਦਣ ਉਹ ਬਦਕਿਸਮਤੀ ਆ ਗਈ, ਰੱਬ ਭੁੱਲ ਗਿਆ, ਫਿਰ ਤੇਰੇ ਵਰਗਿਆਂ ਦੀ ਯਾਦ ਆ ਜਾਣੀ। ਤੋ ਰੱਬ ਦੇ ਗੁਰੂ ਕੇ ਪਿਆਰੇ ਗੁਰਮੁਖ ਜਨਾਂ ਨੂੰ ਰੱਬ ਭੁੱਲਿਆ ਹੀ ਨਹੀਂ, ਹੋਰ ਕਿਸੇ ਦੀ ਯਾਦ ਹੀ ਨਹੀਂ ਆਈ, ਹੋਰ ਕਿਸੇ ਵੱਲ ਧਿਆਨ ਹੀ ਨਹੀਂ ਗਿਆ ਉਹਦੇ ਜੀਵਨ 'ਚ। ਐਸੀ ਤ੍ਰਿਪਤੀ ਵਰਦੀ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਸਿਮਰਨ 'ਚ ਹੀ ਗਿਆਨ ਡੂੰਘੀ ਸਾਂਝ ਹੈ, ਧਿਆਨ ਹੈ, ਤਤ ਬੁੱਧ ਹੈ। ਤਤ ਦਾ ਅਰਥ ਹੁੰਦਾ ਹੈ ਅਸਲਾ, ਨਿਚੋੜ, ਮੂਲ। ਜਿਵੇਂ ਸਾਰੇ ਗਹਿਣਿਆਂ ਦਾ ਤਤ ਸੋਨਾ ਹੈ, ਲਹਿਰਾਂ ਦਾ ਤਤ ਪਾਣੀ ਹੈ, ਭਾਂਡਿਆਂ ਦਾ ਤਤ ਮਿੱਟੀ ਹੈ। ਤਤ ਦਾ ਅਰਥ ਹੈ ਮੂਲ। ਇਸੇ ਤਰ੍ਹਾਂ ਸਭਨਾਂ ਦਾ ਤਤ ਹੈ, ਸਾਹਿਬ ਕਹਿੰਦੇ ਵਾਹਿਗੁਰੂ ਦਾ ਸਿਮਰਨ, ਉਹਦੀ ਯਾਦ। ਉੱਥੇ ਗਿਆਨ ਆ ਗਏ, ਧਿਆਨ ਆ ਗਏ, ਤਤ ਬੁੱਧ, ਅਸਲੇ ਵਾਲੀ ਬੋਧ ਪ੍ਰਗਟ ਹੁੰਦੀ, ਉਹਨੂੰ ਤਤ ਦਾ ਪਤਾ ਲੱਗਦਾ। ਹਰੇਕ ਚੀਜ਼ 'ਚੋਂ ਤਤ ਲੱਭਦਾ।
ਹਰੇਕ ਚੀਜ਼ 'ਚੋਂ। ਧੰਨ ਗੁਰੂ ਨਾਨਕ ਸਾਹਿਬ ਜਿਵੇਂ ਉਹ ਆਇਆ ਸੀ ਦੋਦਾ ਚੌਧਰੀ, ਸਤਿਗੁਰੂ ਪ੍ਰਸ਼ਾਦਾ ਛਕੋ। ਕਿੱਥੋਂ ਆਇਆ ਪ੍ਰਸ਼ਾਦਾ? ਸਤਿਗੁਰੂ ਇਹ ਕਣਕ ਤੋਂ ਆਇਆ। ਕਣਕ ਕਿੱਥੋਂ ਆਈ ਹੈ? ਦੋਦਿਆ। ਸਤਿਗੁਰ ਸਾਡੇ ਖੇਤਾਂ 'ਚੋਂ ਆਈ ਹੈ। ਦੋਦਿਆ ਖੇਤ ਕਿਹਦੇ ਨੇ? ਸਤਿਗੁਰ ਕਰਤਾਰ ਦੇ ਨੇ। ਸਾਹਿਬ ਕਹਿੰਦੇ ਦੋਦਿਆ ਫਿਰ ਕਰਤਾਰ ਕਰਤਾਰ ਕਰ। ਸਤਿਗੁਰ ਜੀ ਦੁੱਧ ਛਕੋ। ਦੁੱਧ ਆਇਆ ਕਿੱਥੋਂ ਹੈ? ਸਤਿਗੁਰ ਮੱਝੀਆਂ ਦਾ ਹੈ। ਮੱਝੀਆਂ ਕਿਹਦੀਆਂ? ਸਤਿਗੁਰ ਮੇਰੀਆਂ ਨੇ। ਸਾਹਿਬ ਕਹਿੰਦੇ ਬਣਾਈਆਂ ਕਿੰਨੇ ਨੇ? ਕਹਿਣ ਲੱਗਾ ਕਰਤਾਰ ਨੇ। ਸਾਹਿਬ ਕਹਿੰਦੇ ਕਰਤਾਰ ਕਰ। ਸੋ ਇਹ ਹੈ ਹਰੇਕ ਚੀਜ਼ ਨੂੰ ਫਰੋਲਦਿਆਂ ਕਰਤਾਰ ਤੱਕ ਪਹੁੰਚ ਜਾਣਾ, ਅਸਲੇ ਤੱਕ ਪਹੁੰਚ ਜਾਣਾ, ਜਿਨ੍ਹੇ ਸਾਰਾ ਕੁਝ ਸਿਰਜਿਆ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਮਾਲਕ ਦੇ ਸਿਮਰਨ 'ਚ ਸਾਰੇ ਜਪ ਨੇ ਤਪ ਨੇ। ਉਹਦੀ ਸਿਮਰਨ ਦੀ ਅਵਸਥਾ ਹੀ ਪੂਜਾ ਹੈ। ਪੂਜਾ ਸਿੱਖ ਵੱਖਰੀ ਨਹੀਂ ਕਰਦਾ। ਭਗਤ ਰਵਿਦਾਸ ਜੀ ਕਹਿੰਦੇ ਮੇਰੇ ਕੋਲ ਨਾ ਥਾਲ ਹੈ ਨਾ ਮੂਰਤੀ ਹੈ, ਪਰ ਮੇਰੀ ਆਰਤੀ ਸਦਾ ਹੋ ਰਹੀ ਹੈ। ਮੇਰੇ ਕੋਲ ਕੋਈ ਘਿਓ ਨਹੀਂ, ਮੈਂ ਜੋਤਾਂ ਜਗਾਵਾਂ ਉੱਤੇ ਸਿਰ ਤੇ ਲਾਉਣ ਨੂੰ ਨਹੀਂ ਮਿਲਦਾ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਰੇ। ਨਾਮ ਦੀ ਸਿੱਖ ਨੇ ਜੋਤ ਲਾਈ ਹੈ। ਨਾਮ ਦੀ ਸਿੱਖ ਆਰਤੀ ਕਰਦਾ। ਨਾਮ ਹੀ ਸਿੱਖ ਵਾਸਤੇ ਜਪ ਹੈ, ਨਾਮ ਹੀ ਤਪ ਹੈ। ਸਭ ਕੁਝ ਨਾਮ ਦੇ ਵਿੱਚ ਸਮੋ ਜਾਂਦਾ ਹੈ। ਤੋ ਪ੍ਰਭ ਦਾ ਸਿਮਰਨ ਸਾਹਿਬ ਕਹਿਣ ਲੱਗੇ ਜਪ ਹੈ ਤਪ ਹੈ ਪੂਜਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਬਿਨ